हाँ जी। ਹੁਣ ਆਪਾਂ ਜੋ ਸੈਕੰਡ ਪਾਰਟ ਹੈ ਇਹਦਾ ਉਹਦੀ ਸ਼ੁਰੂਆਤ ਕਰਦੇ ਹਾਂ। ਪਿੱਛੋਂ ਹੀ ਉਹੀ ਸ਼ਬਦ ਚੱਲਿਆ ਆ ਰਿਹਾ ਕਿ ਜੋ ਕਹਾਣੀ ਬੰਦੀ ਬਾਰੇ ਸਾਨੂੰ ਦੱਸੀ ਹੈ ਗੁਰਬਾਣੀ 'ਚ, ਉਹ ਸ਼ਬਦ ਦੀ ਆਪਾਂ ਜਿੰਨੀ ਘੋਖ ਹੈ ਕਰ ਸਕਦੇ ਹਾਂ। ਉਹਦੇ ਲਈ ਹੁਣ ਆਪਾਂ ਕੁਛ ਜਿਹੜੀਆਂ ਪੰਕਤੀਆਂ ਆਪਾਂ ਨੂੰ ਹੋਰ ਹੈ ਉਹਨਾਂ ਤੋਂ ਕੁਛ ਨਾ ਕੁਛ ਆਪਾਂ ਨੂੰ ਮੈਸੇਜ ਮਿਲਦਾ, ਉਹ ਵੀ ਆਪਾਂ ਜੋ ਹੈ ਡਿਸਕਸ ਕਰ ਲੈਂਦੇ ਹਾਂ। ਇੱਕ ਪੰਕਤੀ ਹੈਗੀ ਹੈ, ਨਾਨਕ ਹਰੀ ਨਾਮ ਜਿਨੀ ਆਰਾਧਿਆ, ਅੰਦਿਨ ਹਰਿ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿੰਨ ਅੱਗੇ ਕਮਾਵੇ ਕਾਰ। ਜੋ ਆਪਣੀ ਸਮਝ ਹੈ ਉਹ ਹੈ ਕਿ ਸਭ ਤੋਂ ਪਹਿਲਾਂ ਤਾਂ ਹਰੀ ਨਾਮ ਚਾਹੀਦਾ, ਹਰੀ ਨਾਮ ਦੇ ਨਾਲ ਪਰ ਪੂਰਾ ਹੋ ਗਿਆ, ਫਿਰ ਉਹ ਆਰਾਧਨਾ ਕਰਦੇ ਨੇ। ਜਦ ਆਰਾਧਨਾ ਪੂਰੀ ਹੋ ਗਈ ਤਾਂ ਚਾਰ ਪਦਾਰਥ ਮਿਲ ਗਏ, ਫਿਰ ਉਹਨਾਂ ਨੂੰ ਜਿਹੜੀ ਹਰੀ ਦੇ ਨਾਲ ਆਪਣੇ ਸ਼ਬਦ ਸੁਰਤ ਦਾ ਮੇਲ ਹੈ, ਲਿਵ ਲੱਗੀ ਹੋਈ ਹੈ, ਆਂਦਿਨ ਹੈ, ਉਹ ਲਗਾਤਾਰ ਹੈ। ਇਹ ਭਗਤਾਂ ਕੋਲ ਹੀ ਹੈ। ਬਾਕੀ ਆਪਣੀ ਕਦੇ ਕਦੇ ਜੇ ਆਪਾਂ ਬਹੁਤੇ ਅਖਿਆਈ ਚ ਆ ਜਾਈਏ ਕਦੇ ਆਪਣੀ ਜ਼ਰੂਰ ਲੱਗ ਜਾਂਦੀ ਹੈ, ਪਰ ਲਗਾਤਾਰ ਨਹੀਂ ਹੈ, ਉਹਨਾਂ ਦੀ ਆਂਦਿਨ ਹੈ। ਆਪਾਂ ਤਾਂ ਕਾਮ ਪੜੇ ਹਰ ਸਿਮਰੀਏ ਵਾਲੇ ਹੈ, ਉਹ ਐਸਾ ਸਿਮਰੋ ਨਿੱਤ ਹੈ, ਉਹ ਉਹਨਾਂ ਦਾ ਸਾਡਾ ਇਹ ਫਰਕ ਹੈ। ਅੱਗੇ ਕੀ ਹੈ ਫਿਰ ਉਹਨਾਂ ਦਾ, ਜੇ ਇਹਨਾਂ ਦੀ ਲਿਵ ਲਾ ਉਹ ਤਾਂ ਫਿਰ ਹਾਕਮ ਬਣ ਗਏ ਆ। ਫਿਰ ਉਹ ਜਿਹੜਾ ਸ਼ਲੋਕ ਆਉਂਦਾ ਨਾ, ਭੈ ਵਿੱਚ ਪਵਨ ਚੱਲੈ ਸਦਵਾਓ, ਭੈ ਵਿੱਚ ਜਿਹੜਾ ਸਾਰਾ ਸਿਸਟਮ ਚੱਲ ਰਿਹਾ, ਤਾਂ ਭੈ ਵਿੱਚ ਅਗਨੀ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਉਹ ਸਾਰਾ ਜੋ ਹੈ ਉਹ ਮਾਇਆ ਉੱਥੇ ਬੰਦੀ ਬਣੀ ਹੋਈ ਹੈ, ਗੁਲਾਮੀ ਕਰ ਰਹੀ ਹੈ, ਚੇਤਨ ਤੋਂ ਨੀਵੀਂ ਹੈ ਮਾਇਆ। ਪਰ ਇਹ ਉਹਨਾਂ ਲਈ ਹੋਈ ਹੈ ਜਿਹੜਿਆਂ ਨੇ ਕਿ ਸ਼ਬਦ ਸੁਰਤ ਦਾ ਮੇਲ ਕਰ ਲਿਆ, ਬਾਕੀਆਂ ਨੂੰ ਮਾਇਆ ਨੇ ਮੂਹਰੇ ਲਾਇਆ ਹੋਇਆ। ਉੱਥੇ ਜਾ ਕੇ ਮਾਇਆ ਜਿਹੜੀ ਹੈ ਉਹ ਬੰਦੀ ਹੈ, ਖਸਮ ਦੀ ਹੈ, ਖਸਮ ਪਰਮੇਸ਼ਰ ਹੈ। ਜੋ ਚਾਹੁੰਦੇ ਆ ਮਾਇਆ ਤੋਂ, ਜੋ ਉਹਨਾਂ ਨੇ ਚੇਂਜ ਕਰਨਾ, ਉਹਨਾਂ ਦੇ ਹੁਕਮ ਤੇ ਚੱਲਦੀ ਹੈ। ਕਿਤੇ ਭੁਚਾਲ ਆ ਗਿਆ, ਕਿਤੇ ਕੀ ਆ ਗਿਆ, ਮੀਂਹ ਪੈ ਗਿਆ, ਉਹ ਸਾਰਾ ਉਹਨਾਂ ਦਾ ਹੀ ਸਿਸਟਮ ਹੈ। ਉਹਦੇ ਨਾਲ ਹੀ ਫਿਰ ਗਾਹਾਂ ਜੀਵ ਦੀ ਪ੍ਰੋਗਰੈਸ ਵੀ ਹੈ। ਸੋ ਇਹ ਅਵਸਥਾ ਹੋ ਜਾਂਦੀ ਹੈ। ਇੱਥੇ ਬੰਦੀ ਦਾ ਅਰਥ ਆਪਾਂ ਕਰਾਂਗੇ ਵੀ ਗੁਲਾਮੀ ਹੈ। ਮਾਇਆ ਜਿਹੜੀ ਹੈ ਉਹਦਾ ਕੋਈ ਗਾਹਾਂ ਖਸਮ ਹੈਗਾ ਜਿਹਦੇ ਉਹ ਥੱਲੇ ਉਹ ਚੱਲਦੀ ਹੈ, ਪਰ ਮਾਇਆ 'ਚ ਬਾਹਰੋਂ ਹੀ ਹੁਕਮ ਹੁੰਦਾ, ਅੰਦਰੋਂ ਨਹੀਂ ਹੁੰਦਾ। ਉਹ ਕਾਰ ਕਮਾ ਰਹੀ ਹੈ ਪਰ ਉਹਨੇ ਮੁਕਤ ਨਹੀਂ ਹੋਣਾ ਮਾਇਆ ਨੇ। ਉਹ ਜੱਗ ਜਿਹੜਾ ਸਾਰਾ ਮਾਇਆ ਹੀ ਹੈ। ਫਿਰ ਅੱਗੇ ਆਪਾਂ ਨੂੰ ਇਸ਼ਾਰਾ ਆਉਂਦਾ ਹੈ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਹੁਣ ਇੱਥੇ ਸਾਰੇ ਵਰਡਸ ਦੀ ਨੇਚਰ ਦੇਖੀ ਆਪਾਂ ਥੋੜੀ ਜੀ ਗ੍ਰਾਮੈਟੀਕਲੀ ਵੀ ਇੱਥੇ ਵਡਭਾਗੀ ਹੋ ਗਏ ਜਿਹਨਾਂ ਦਾ ਭਾਗ, ਜਿਹਨਾਂ ਦਾ ਅਵਘਟ ਘਟ ਚ ਸਮਾ ਗਿਆ, ਉਹ ਵਡਭਾਗੀ ਹੋ ਜਾਂਦੇ ਆ। ਉਹਨਾਂ ਨੂੰ ਪ੍ਰਭ ਮਿਲ ਜਾਂਦਾ, ਅਵਘਟ ਚ ਪ੍ਰਭ ਬੈਠਾ, ਉਹਦੇ ਨਾਲ ਮਿਲਿਆ, ਲਗਾਤਾਰ ਮਿਲੇ ਰਹਿੰਦੇ। ਹੁਣ ਫਿਰ ਉਹਦਾ ਕੀ ਹੈਗਾ, ਉਹਦਾ ਰਿਜ਼ਲਟ ਕੀ ਹੈ, ਤਾਂ ਉਤਰੇ ਸਭ ਵਿਯੋਗ। ਹੁਣ ਸਭ ਸ਼ਬਦ ਜਿਹੜਾ ਹੈਗਾ ਜਿੰਨੇ ਹੈ, ਇਹ ਦੋਹੇ ਮੇਲ ਫੀਮੇਲ ਨੂੰ ਕਵਰ ਕਰਦਾ। ਸਿਆਸਾ ਜਿੰਨੇ ਵਿਯੋਗ ਸੀਗੇ, ਜਿੰਨੇ ਤਰ੍ਹਾਂ ਦੀ ਵਿਯੋਗਤਾ ਸੀਗੀ, ਉਹ ਸਾਰੇ ਉਤਰ ਜਾਂਦੇ ਆ। ਅਸੀਂ ਕੁਛ ਵਿਯੋਗ ਆਪਣੇ ਪਰ ਚਾੜੇ ਹੋਏ ਆ, ਉਹ ਅਗਿਆਨਤਾ ਬਸ ਚਾੜੇ ਹੋਏ ਆ। ਉਹ ਵਿਯੋਗ ਜਿੰਨੇ ਸਾਡੀਆਂ ਜਿੰਨੀਆਂ ਪਰਤਾਂ ਹੈਗੀਆਂ, ਖਬਰੇ ਕਿੰਨੀਆਂ ਰੱਬੇ ਜਾਣਦਾ, ਮਨ ਕੋਲ ਕਿੰਨੀਆਂ ਪਰਤਾਂ ਦੇ ਥੱਲੇ ਦਬਿਆ ਬੈਠਾ, ਉਹ ਸਾਰੀਆਂ ਉਤਰ ਜਾਂਦੀਆਂ। ਫਿਰ ਨਾਨਕ ਕੋ ਪ੍ਰਭ ਰਾਖ ਲਿਓ। ਹੁਣ ਕਹਿੰਦੇ ਹੁਣ ਦੂਸਰੇ ਪ੍ਰਭ ਨੂੰ, ਹੁਣ ਨਾਨਕ ਜੀ ਦੇ ਤਾਂ ਵਿਯੋਗ ਉਤਰੇ ਹੋਏ ਆ। ਨਾਨਕ ਦਾ ਜੋ ਪ੍ਰਭ ਹੈ ਉਹ ਹੁਣ ਪਰਮੇਸ਼ਰ ਹੈ। ਮੇਰੇ ਸਾਹਿਬ ਬੰਦੀ ਮੋਚ, ਮੋਚ ਦਾ ਅਰਥ ਇੱਥੇ ਹੁੰਦਾ ਹੈਗਾ ਬੇਸਿਕਲੀ ਮੁਕਤੀ। ਜਿਹੜਿਆਂ ਨੇ ਜਨਮ ਮਰਨ ਚੋਂ ਮੁਕਤੀ ਪਾ ਲਈ ਹੈ, ਉਹ ਸਿਰਫ ਪਰਮੇਸ਼ਰ ਹੀ ਦਿੰਦਾ। ਇੱਥੇ ਬੰਦੀ ਛੋੜ ਦੱਸਿਆ ਸੀ, ਇੱਥੇ ਬੰਦੀ ਮੋਚ ਦੱਸਿਆ ਹੈ। ਇਹ ਉਹੀ ਸ਼ਬਦ ਦੀਆਂ ਦੋ ਫਾਰਮਸ ਲੱਗਦੀਆਂ, ਇਹ ਪਰਮੇਸ਼ਰ ਦੀ ਗੱਲ ਹੈ। ਉਹੀ ਬੰਦੀ ਛੋੜ ਨੇ, ਉਹੀ ਬੰਦੀ ਮੋਚ ਨੇ। ਜਿਹੜਾ ਜੁੜੇਗਾ ਆਪਣੇ ਅੰਦਰ ਪਹਿਲਾਂ, ਉਹ ਅੱਗੇ ਦੋ ਪਦਾਰਥ ਤੋਂ ਜਿਹੜੇ ਕੋਲ ਚਾਰ ਆ ਜਾਂਦੇ, ਉਹ ਬੰਦੀ ਮੋਚ ਹੋ ਜਾਂਦੇ ਆ। ਇੱਕ ਹੋਰ ਇਸ਼ਾਰਾ ਪੰਚਮ ਪਾਤਸ਼ਾਹ ਨੇ ਦਾ, ਜਾ ਕੋ ਦ੍ਰਿਸ਼ਟੀ ਮਾਇਆ ਹਰੀ ਰਾਏ। ਹੁਣ ਇਹ ਵੀ ਹਰੀ ਰਾਏ, ਮਾਇਆ ਜਿਹੜੀ ਹੈਗੀ ਹੈ ਪਰਮੇਸ਼ਰ ਹੁੰਦਾ ਹਰੀ ਰਾਏ ਭਾਈ, ਰਾਮ ਰਾਏ ਵੀ ਕਿਹਾ ਇਹਨੂੰ। ਉਹ ਕਿਉਂਕਿ ਜਿਹੜੇ ਜੀਵਨ ਮੁਕਤੀ ਦਾ ਜਿਹੜਾ ਹੈਗਾ, ਜਨਮ ਮਰਨ ਦਾ ਜਿਹੜਾ ਚੱਕਰ ਹੈ, ਉਹ ਤਾਂ ਹਰੀ ਰਾਏ ਨੇ ਕੱਟਣਾ। ਸਭ ਬੰਦੀ ਤੇ ਲੈ ਚੜਾਈ। ਹੁਣ ਆਹ ਬੰਦੀ ਕੀ ਹੈ,
सा शब्द तां लगदा बंदी नाल क्योंकि ये फेमिनाइन है। ਹੁਣ ਜਨਮ ਮਰਨ ਹੀ ਹੈ। ਅਵਘਟ ਚੋਂ ਸੁਰਤ ਘਟ ਚ ਆ ਗਈ, ਹੁਣ ਉਹ ਘਾਟ ਤੇ ਆ ਗਈ। ਘਾਟ ਵਾਲਾ ਜਿਹੜਾ ਹੈਗਾ ਉਹ ਦੁਬਾਰਾ ਭਾਈ ਅਵਘਟ ਚ ਨਹੀਂ ਜਾਂਦੀ ਉਹਦੀ ਸੁਰਤ, ਐਂ ਛੜਾਇਆ ਜਾਂਦਾ। ਐਂ ਹਰੀ ਦਾ ਜੋ ਹੈਗਾ ਇਹ ਆਪਾਂ ਲਈ ਇਸ ਤਰ੍ਹਾਂ ਆਪਾਂ ਨੂੰ ਸਮਝਾਇਆ ਕਿ ਬੰਦੀ ਹੈ ਕਿ ਜਿਹੜੀ ਸੁਰਤ ਸਾਡੀ ਆਪਣੇ ਉਹਦੇ ਚ ਰਹਿੰਦੀ ਹੈ। ਫਿਜ਼ੀਕਲ ਤੌਰ ਤੇ ਕੋਈ ਕਿਸੇ ਦੀ ਬੰਦੀ ਵਾਲੀ ਗੱਲ ਨਹੀਂ ਇੱਥੇ ਹੋ ਰਹੀ ਵੀ ਕਿਸੇ ਨੇ ਕਿਸੇ ਨੂੰ ਬੰਦੀ ਬਣਾ ਲਿਆ, ਉਹ ਤਾਂ ਹੁਕਮ ਹੀ ਹੈ। ਆ ਅਸੀਂ ਕਰ ਸਕਦੇ ਹਾਂ, ਉਹਦਾ ਤਾਂ ਸਾਡੇ ਕੋਲ ਇਲਾਜ ਹੀ ਨਹੀਂ ਹੈ। ਕੋਈ ਸਾਨੂੰ ਅੱਜ ਕੱਲ ਨੂੰ ਸਾਡਾ ਕੰਟਰੀ ਗੁਲਾਮ ਹੋ ਜਾਵੇ, ਕੀ ਹੋ ਜਾਵੇ, ਉਹ ਸਾਨੂੰ ਕੀ ਪਤਾ ਅਸੀਂ ਕਿਹਦੇ ਬੰਦੀ ਬਣਨਾ। ਪਰ ਆ ਜਿਹੜੀ ਮਾਇਆ ਦੀ ਜਿਹੜੀ ਅਵਕੜ ਵਿੱਚ ਅਸੀਂ ਆਪ ਹੀ ਬੰਦੀ ਪਾਈ ਹੋਈ ਹੈ, ਇਹ ਛੱਡਣੀ ਹੈ ਅਸੀਂ। ਇਹਦੇ ਵੱਲ ਇਸ਼ਾਰਾ ਹੈਗਾ, ਇਹਦੇ ਵੱਲ ਉਹ ਜਿਹੜਾ ਅਸੀਂ ਵਰਡ ਘੜਿਆ ਹੋਇਆ ਉਹਦੇ ਚ ਇਹਦਾ ਇਸ਼ਾਰਾ ਨਹੀਂ ਹੈ। ਇਹ ਹੁਣ ਹੈ ਰਚਨਾ ਜਿਹਨੂੰ ਕਿਹਾ ਜਾਂਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ। ਇਹਨਾਂ ਦੇ ਪਹਿਲੇ ਪੰਨੇ ਤੇ ਹੀ ਲਿਖਿਆ ਹੋਇਆ ਵੀ ਉਹਨਾਂ ਦੀਆਂ ਕਿਤੇ ਨਹੀਂ ਆਉਂਦਾ। ਆਹ 2-3 ਐਗਜ਼ਾਮਪਲ ਤੁਹਾਨੂੰ ਸਾਹਮਣੇ ਆ, ਇਹਨਾਂ ਚ ਆਪਾਂ 2-3 ਚੀਜ਼ਾਂ ਹੋਰ ਵੀ ਲੱਭਾਂਗੇ। ਗੁਰਮੁਖੀ ਆਪ ਗਵਾਇਆ ਮਨਮੁਖ ਹਉਮੈ ਅਗਨੀ ਜਲੰਦੇ। ਇਹ ਗੱਲ ਠੀਕ ਹੈ ਵੀ ਭਾਈ ਜਿਨ੍ਹਾਂ ਨੇ ਆਪ ਗਵਾ ਲਿਆ ਉਹ ਤਾਂ ਬਚ ਗਏ, ਜਿਹੜੇ ਮਨਮੁਖ ਹੈ ਉਹ ਆਪ ਨਹੀਂ ਗਵਾਇਆ, ਉਹਨਾਂ ਨੇ ਘੱਟ ਤੋਂ ਘੱਟ ਚ ਸੁਰਤ ਨਹੀਂ ਲਿਆਂਦੀ, ਉਹ ਅਜੇ ਬੰਦਿਸ਼ ਚ ਹੀ ਹੈ। ਬੰਦੀ ਅੰਦਰ ਬਿਰਲੇ ਬੰਦੇ। ਹੁਣ ਇਹਦਾ ਅਰਥ ਪਤਾ ਨਹੀਂ ਵੀ ਉਹ ਬੰਦੀ ਅੰਦਰ ਕਹਿਣਾ ਕੀ ਚਾਹੁੰਦੇ ਆ ਵੀ ਇਹ ਹੁਕਮ ਅੰਦਰ। ਫਿਰ ਉਹਨਾਂ ਦੀ ਗੱਲ ਠੀਕ ਹੈ ਵੀ ਬਹੁਤ ਵਿਰਲੇ ਜਿਹੜੇ ਆ ਹੁਕਮ ਨੂੰ ਸਮਝਦੇ ਨੇ। ਪਰ ਜਨਰਲੀ ਜੇ ਆਪਾਂ ਬਾਣੀ ਦੀ ਤੁਕ ਪੜ੍ਹਦੇ ਆ ਨਾ, ਜਿੱਥੇ ਅਖੀਰੀ ਨੰਬਰ ਆਉਂਦਾ, ਇਹ ਅਖੀਰ ਉਹਨਾਂ ਦੀ ਵਾਰ ਦੀ ਪੰਜਵੀਂ ਤਾਂ ਸਤਰ ਹੈ, 15ਵੀਂ ਪੌੜੀ ਹੈ, 7ਵੀਂ ਵਾਰ ਹੈ, ਇਹ ਲਾਸਟ ਪਦ ਹੈ। ਤਾਂ ਹੀ ਇੱਥੇ ਡਬਲ ਲੱਗਿਆ ਹੋਇਆ, ਦੇਖ ਲਓ ਆ ਜਿਹੜਾ ਡਬਲ ਹੈ ਇਹਦਾ ਇੰਡੀਕੇਸ਼ਨ ਹੈ, ਨਹੀਂ ਇੱਥੇ ਸਿੰਗਲ ਚੱਲਦਾ ਇਹਨਾਂ ਚ ਐਂ ਲਿਖਿਆ ਹੋਇਆ। ਸੋ ਇੱਥੋਂ ਪਤਾ ਲੱਗਦਾ। ਪਰ ਉੱਥੇ ਤਾਂ ਜਨਰਲੀ ਆਪਾਂ ਜਦੋਂ ਅਖੀਰੀ ਪਦਾ ਪੜ੍ਹਦੇ ਆ ਉਹਦੇ ਵਿੱਚ ਲਿਖਾਰੀ ਦਾ ਨਾਂ ਆਉਂਦਾ, ਤੇ ਤੁਹਾਨੂੰ ਕਿਤੇ ਨਹੀਂ ਮਿਲੇਗਾ। ਇੱਕ ਕੋਈ ਹੋਰ ਕਹਾਣੀ ਹੈਗੀ ਹੈ ਜਿਹੜੀ ਕੋਈ ਚੱਲਦੀ ਹੈ ਬਾਹਰ ਵੀ ਭਗਤ ਕਬੀਰ ਵਖਾਣੀ ਹੈ ਬੰਦੀ ਖਾਨੇ ਤੇ ਉੱਠ ਜਾਈ, ਉੱਥੇ ਭਗਤਾਂ ਦਾ ਜ਼ਿਕਰ ਹੋਇਆ ਕਾਫੀ ਦਾ। ਇਹ 12ਵੀਂ ਪੰਕਤੀ ਹੈ, 15ਵੀਂ ਵਾਰ ਦਾ ਹੈ, ਉਹਦੀ ਦੂਸਰੀ ਪੌੜੀ ਚ ਇਹ ਉਹਨਾਂ ਨੇ ਕੁਝ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੀ ਭਗਤਾਂ ਦੇ ਨਾਲ ਆਏ ਜਿਹੜੀ ਹੈਗੀ ਹੈ ਉਹ ਘਟਦੀ ਰਹੀ ਹੈਗੀ ਘਟਨਾ। ਫਿਰ ਆ ਜਿਹੜਾ ਸ਼ਬਦ ਹੈ ਇਹ ਤਾਂ ਫਿਰ ਅੱਜ ਦੇ ਦਿਨ ਗੋਲਡਨ ਜੂਬਲੀ ਹੀ ਹੁੰਦਾ ਸਾਡਾ। ਇਹ ਹਰੇਕ ਗ੍ਰੰਥੀ, ਹਰੇਕ ਰਾਗੀ, ਹਰੇਕ ਢਾਡੀ ਆਹੀ ਪੜ੍ਹੀ ਜਾਂਦਾ। ਪਤਾ ਨਹੀਂ ਉਹਨਾਂ ਨੂੰ ਇਹਦਾ ਅਰਥ ਵੀ ਪਤਾ ਕਿ ਸਿਰਫ ਇੱਕ ਬੰਦੀ ਛੋੜ ਅਸੀਂ ਜਿਹੜਾ ਸ਼ਬਦ ਹੈ ਉਹ 2003 ਚ ਘੜਿਆ। ਅਸਲ ਚ 2003 ਚ ਜਦੋਂ ਕਿਰਪਾਲ ਸਿੰਘ ਬਨੂਗਰ ਸੀਗਾ SGPC ਦਾ ਪ੍ਰਧਾਨ, ਉਹਨੇ ਕਿਹਾ ਵੀ ਇਹ ਰੌਲਾ ਬਹੁਤ ਪੈਂਦਾ ਵੀ ਇਹਦਾ ਨਾਂ ਦੀਵਾਲੀ ਦੀ ਥਾਂ ਬੰਦੀ ਛੋੜ ਕਰ ਦੋ, ਕਿਉਂਕਿ ਲੋਕਾਂ ਅੰਦਰ ਥੋੜੀ ਜਾਗ੍ਰਿਤੀ ਆ ਗਈ ਸੀ ਵੀ ਇਹ ਦੀਵਾਲੀ ਕੁਛ ਹੋਰ ਹੁੰਦੀ ਹੈ, ਆਹ ਕੁਛ ਹੋਰ ਹੁੰਦਾ। ਪਰ ਇੰਨੀ ਨਹੀਂ ਸੀ ਆਈ ਵੀ ਉਹ ਨਾਂ ਬਦਲ ਕੇ ਆਪੇ ਫਸਣ ਵਾਲੀ ਗੱਲ ਇਹ ਹੋ ਗਈ ਆ। ਜੀਵਨ ਮੁਕਤ ਕਰੇ ਉਡੀਣਾ। ਉਡੀਣਾ ਸ਼ਬਦ ਦੇ ਵੀ ਜਿਹੜੇ ਮੀਨਿੰਗ ਹੈ ਉਹ ਉਡੀਣੀ ਤਾਂ ਆਉਂਦਾ ਗੁਰਬਾਣੀ ਚ, ਉਹ ਬਾਤ ਹਮਾਰੀ ਖਰੀ ਉਡੀਣੀ ਫਰੀਜੀ ਦਾ ਸ਼ਲੋਕ ਹੈਗਾ। ਗੁਰਮੁਖੀ ਮਨ ਅਵਤੀਜ ਪਤੀਣਾ, ਉਹ ਦੱਸਣਾ ਚਾਹੁੰਦੇ ਆ ਸ਼ਾਇਦ ਵੀ ਜਿਹੜਾ ਗੁਰਮੁਖੀ ਹੈ ਉਹਦਾ ਅਵਤੀਜ ਜਿਹੜਾ ਨਹੀਂ ਸੀ ਮਨ ਉਹ ਪਤੀਜ ਗਿਆ। ਪਰ ਅਸਲ ਵਿੱਚ ਸਤਿਗੁਰ ਹੀ ਬੰਦੀ ਛੋੜ ਹੈ, ਉਹ ਛੜਾ ਨਹੀਂ ਕਿਸੇ ਨੂੰ ਸਤਿਗੁਰ ਜੀ ਸਕਦੇ। ਆਪ ਬੰਦੀ ਚੋਂ ਛੁੱਟ ਗਏ ਆ, ਦੂਸਰੇ ਨੂੰ ਉਪਦੇਸ਼ ਦਿੰਦੇ ਬਸ। ਜਾਂ ਤਾਂ ਕਹਿਣਾ ਚਾਹੁੰਦੇ ਜੀਵਨ ਮੁਕਤ, ਦੂਸਰੇ ਨੂੰ ਉਡੀਣਾ ਦਾ ਮਤਲਬ ਉਪਦੇਸ਼ ਹੋਏਗਾ, ਫਿਰ ਇਹ ਗੱਲ ਸਹੀ ਬਣਦੀ ਆ। ਅੱਛਾ, ਇੱਕ ਹੋਰ ਜਿਹੜਾ ਸਭ ਤੋਂ ਜ਼ਿਆਦਾ ਪੜ੍ਹਿਆ ਜਾਣ ਵਾਲਾ ਹੈਗਾ, ਉਹ ਅਸੀਂ ਬਹੁਤ ਪਿੱਛੋਂ ਹੀ ਸੁਣਦੇ ਆ ਰਹੇ ਨੇ, ਕਹਿੰਦਾ ਮੈਨੂੰ ਲੱਗ ਰਿਹਾ ਸ਼ਾਇਦ ਗੁਰਬਾਣੀ ਦਾ ਸ਼ਬਦ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾ ਸਨਾਤ ਅੰਬਰ ਭਾਲੀਅਨ। ਇਹਦਾ ਜੇ ਤੁਸੀਂ ਅੰਗਰੇਜ਼ੀ ਚ ਅਰਥ ਪੜ੍ਹਦੇ ਆ, ਉਹਦੇ ਵਿੱਚ ਜਿਹੜਾ ਮੈਸੇਜ ਹੈਗਾ ਉਹ ਤਾਂ ਮਨਾ ਕਰਿਆ ਹੋਇਆ ਵੀ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਕਿਉਂ ਜਾਂਦੇ ਨੇ, ਪਰ ਅਸੀਂ ਉਹਨੂੰ ਦੱਸਦੇ ਹਾਂ ਵੀ ਤੁਸੀਂ ਦੀਵੇ ਬਾਲਿਆ ਕਰੋ। ਉੱਥੇ ਵੀ ਸਾਡੀ ਕੌਨਫਲਿਕਟ ਹੈ। ਆਪਾਂ ਪੜ੍ਹ ਲੈਂਦੇ ਹਾਂ ਜੋ ਉਹਨਾਂ ਨੇ ਦੱਸਿਆ, ਜੋ ਉਹਨਾਂ ਨੂੰ ਅਰਥ ਲੱਗੇ। ਆਲ ਦੀਜ਼ ਆਰ ਮੋਮੈਂਟਰੀ। ਦੀਵੇ ਬਾਲਣਾ ਮੋਮੈਂਟਰੀ ਚੀਜ਼ ਹੈ, ਬਟ ਦਾ ਗੁਰਮੁਖ ਵਿਦ ਦਾ ਹੈਲਪ ਆਫ ਦਾ ਵਰਡ ਨਰਿਸ਼ ਦਾ ਗਿਫਟ ਆਫ ਦਾ ਪਲੇਜਰ ਫੂਡ। ਗੁਰਮੁਖ ਨਹੀਂ ਇਹ ਕੰਮ ਕਰਦੇ। ਤਾਂ ਇਹਦਾ ਮਤਲਬ ਚਲੋ ਉੱਥੇ ਵੀ ਇਸ ਗੱਲ ਤੋਂ ਤਾਂ ਮਨਾ ਕਰਿਆ ਹੀ ਹੋਇਆ ਸੀ, ਪਰ ਅਸੀਂ ਇਸ ਨੂੰ ਸਾਨੂੰ ਪ੍ਰਚਾਰਿਆ ਆਏ ਗਿਆ ਵੀ ਇਟ ਇਜ਼ ਮਸਟ। ਇੱਥੇ ਹੈਗਾ ਵੀ ਇਹ ਕੰਮ ਆਪਾਂ ਗੁਰਮੁਖ ਨਹੀਂ ਕਰਦੇ। ਇਹ ਉਹ ਰਚਨਾ ਦਾ ਜੋ ਹੈਗਾ ਆਪਾਂ ਬੇਸਿਕ ਸਾਰ ਕੀਤਾ। ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਗੁਰਮਤ ਚ ਰਾਮ ਦੀ
ਕੀ ਸਾਡੇ ਲਈ ਕੀਮਤ ਹੈ, ਕੌਣ ਰਾਮ ਜੀ ਨੇ, ਕਿਹਨੂੰ ਅਸੀਂ ਰਾਮ ਜੀ ਮੰਨਣਾ, ਤੇ ਕਿਸੇ ਹੋਰ ਰਾਮ ਦਾ ਜ਼ਿਕਰ ਵੀ ਹੈ ਕੀ ਗੁਰਬਾਣੀ 'ਚ, ਉਹ ਆਪਾਂ ਥੋੜਾ ਜਿਹਾ ਇਹਦਾ ਖੁਲਾਸਾ ਕਰਦੇ ਹਾਂ। ਇਹ ਤਿੰਨ ਰੂਪਾਂ 'ਚ ਤਾਂ ਮੇਨ ਸ਼ਬਦ ਆਉਂਦਾ ਹੀ ਹੈ, ਕਿਉਂਕਿ ਜਿਹੜਾ ਵੀ ਅੱਖਰ ਨਾਉਨ ਹੁੰਦਾ ਗੁਰਬਾਣੀ 'ਚ ਉਹਦੀਆਂ ਦੋ ਫਾਰਮਸ ਮਿਲਦੀਆਂ। ਇਹਦੇ ਨਾਲ ਜਦੋਂ ਕੋਈ ਆਪਣਾ ਰਾਮ ਰਾਜੇ ਵੀ ਲਿਖਣਾ, ਉਹਦੇ 'ਚ ਵੀ ਰਾਮ ਆ ਜਾਣਾ ਹੈ ਉਹ ਸ਼ਬਦ, ਕਿਉਂਕਿ ਬਹੁਤ ਜਗ੍ਹਾ ਤੋੜ ਕੇ ਲਿਖਿਆ ਹੋਇਆ। ਰਾਮ ਰਾਜੇ ਇੱਕ ਪਲੂਰਲ ਵਰਡ ਹੈਗਾ, ਤੇ ਆ ਰਾਮ ਦੁਆਰਾ ਇਹ ਵੀ ਹੈ। ਇਹਨੂੰ ਟੋਟਲ ਆਪਾਂ ਮਿਲਾ ਲਈਏ ਤਾਂ ਲਗਭਗ 1750 1800 2100 ਬਾਰੇ ਸ਼ਬਦ ਸਮਝੋ ਆਇਆ ਹੋਇਆ। ਤਾਂ ਜੇ ਆਪਾਂ ਪਿੱਛੇ ਜੇ ਮੈਂ ਸਟੈਟਿਸਟਿਕਸ ਵੀ ਭੇਜਿਆ ਸੀ, ਉਹਦਾ ਵੀ ਦੇਖ ਲੈਂਦੇ ਆ। ਇਸ ਤੋਂ ਪਹਿਲਾਂ ਰਾਮ ਜੀ ਦੇ ਬਾਰੇ ਸਾਨੂੰ ਕੀ ਸਮਝਾਇਆ ਹੋਇਆ, ਇਹ ਗੁਰਬਾਣੀ ਤੋਂ ਨਹੀਂ ਅਸੀਂ ਕਦੇ ਮੈਨੂੰ ਲੱਗਦਾ ਸੇਧ ਲੈਂਦੇ। ਜੇ ਗੁਰਬਾਣੀ ਤੋਂ ਸੇਧ ਲਈਏ ਤਾਂ ਅਸੀਂ ਬਚ ਜਾਾਂਗੇ। ਰਾਮ ਕੋ ਬਲ ਪੂਰਨ ਭਾਈ, ਪੂਰਨਤਾ ਦੇਣ ਦਾ ਬਲ ਰਾਮ ਕੋਲ ਹੈ ਜੀਵ ਨੂੰ। ਸੋ ਜੀਵ ਦਾ ਸਾਰਾ ਜੋ ਦਾਰੋਮਦਾਰ ਹੈ ਉਹ ਰਾਮ ਨਾਲ ਹੋਣਾ ਚਾਹੀਦਾ। ਸਾਰੀ ਸਾਡੀ ਜਿਹੜੀ ਇੰਟਰੈਕਸ਼ਨ ਹੈ, ਸਾਡੀ ਜਿਹੜੀ ਅੱਗੇ ਵਧਣ ਦੀ ਗੁਰਮਤ ਵਿੱਚ ਅਗਲੇ ਦੋ ਪਦਾਰਥ ਪਾਉਣ ਤੱਕ ਦਾ ਜੋ ਸਫ਼ਰ ਹੈ, ਉਹ ਤਾਂ ਸਾਡੇ ਰਾਮ ਕੋਲ ਹੀ ਹੈ। ਤਾਂ ਤੇ ਬ੍ਰਿਥਾ ਨਾ ਵਿਆਪੇ ਕਾਈ, ਜਿਹਨੂੰ ਉਹ ਦੇ ਦਿੰਦਾ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਬ੍ਰਿਥਾ ਜਾਂ ਕਿਸੇ ਤਰ੍ਹਾਂ ਦੀ ਔਕੜ ਜਾਂ ਮੁਸ਼ਕਿਲ ਨਹੀਂ ਆਉਂਦੀ। ਇਹ ਗੱਲ ਮੰਨੀ ਹੋਈ ਹੈ, ਪੰਚਮ ਪਾਤਸ਼ਾਹ ਦੇ ਸ਼ਬਦ ਹੈ। ਇਹਨੂੰ ਜੇ ਆਪਾਂ ਖੋਲੀਏ, ਆਪਾਂ ਪਿਛਲੀ ਵਾਰ ਵੀ ਕੀਤਾ ਸੀ ਕਿ ਰਾਮ ਕੀ ਹੁੰਦਾ, ਰਾਮ ਜੀਵ ਦਾ ਮੂਲ ਹੁੰਦਾ। ਰਾਮ ਕਲੀ ਰਾਗ ਹੈ ਸਾਡੇ ਕੋਲ, ਕਿਉਂਕਿ ਉਹ ਰਾਮ ਦੇ ਬਲ ਦੀ ਉਹ ਗੱਲ ਕਰਦੀ ਹੈ। ਇੱਥੇ ਬਲ ਜੋ ਹੈਗਾ ਸ਼ਬਦ ਔਂਕੜ ਨਾਲ ਪੰਚਮ ਪਾਤਸ਼ਾਹ ਨੇ ਲਿਖਤਾ, ਰਾਮ ਕੋ ਬਲ ਪੂਰਨ ਭਾਈ। ਪੂਰਨਤਾ ਲਈ ਰਾਮ ਤੋਂ ਬਲ ਲਓ ਤੁਸੀਂ। ਜਦ ਬਲ ਛੁੱਟ ਕੇ ਉਹ ਬੰਧਨ ਭਰੇ ਹੈ ਤਾਂ ਮੁਕਤ ਕਿਹਨੇ ਕਰਨਾ ਉੱਥੇ? ਰਾਮ ਜੋ ਦਾਤਾ ਮੁਕਤੀ ਕੋ। ਸੋ ਜੇ ਰਾਮ ਸਾਡੇ ਨਾਲ ਇੰਨਾ ਇੰਪੋਰਟੈਂਟ ਹੈ, ਫਿਰ ਦੀਵਾਲੀ ਇੰਪੋਰਟੈਂਟ ਕਿਵੇਂ ਨਹੀਂ ਹੋਊਗੀ ਸਾਡੇ ਲਈ? ਹਾਂ ਠੀਕ ਹੈ, ਉਹਦੀ ਫਾਰਮ ਸਾਡੀ ਅਲੱਗ ਹੋਏਗੀ, ਪਰ ਜਿਹੜੇ ਲਿਖੀ ਜਾਂਦੇ ਆ ਇਹ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ। ਰਾਮ ਤਾਂ ਸਾਡੇ ਬਾਣੀ ਵਿੱਚ ਇੰਨੀ ਜ਼ਿਆਦਾ ਤਾਂ ਰਮਿਆ ਹੋਇਆ, ਇਹ ਕਿਵੇਂ ਅਸੀਂ ਕੱਢ ਦਾਂਗੇ ਇਸ ਗੱਲ ਨੂੰ? ਇਹ ਦਸਮ ਪਾਤਸ਼ਾਹ ਨੇ ਵੀ ਦੱਸਿਆ ਆਪਾਂ ਨੂੰ ਕਿ ਸਰਬੰਗ ਕਲੀ ਹੈ। ਕੌਣ ਹੈ ਇਹ? ਰਾਮ ਹੀ ਹੈ। ਕਿ ਸਰਬੰਗ ਦਲੀ ਹੈ, ਰਾਮ ਨੇ ਹੀ ਉਸ ਰਾਵਣ ਨੂੰ ਭਾਈ ਹਰਾਉਣਾ। ਇਹਦੀ ਅੱਗੇ ਆਪਾਂ ਜੋ ਆ ਮੈਂ ਭੇਜਿਆ ਸੀ ਸਾਰਿਆਂ ਨੂੰ ਲਗਭਗ, ਇਹ ਐਕਸੈਲ 'ਚ ਅਸੀਂ ਇੱਕ ਪਹਿਲਾਂ ਤਾਂ ਲਿਆ ਯੂਨੀਕੋਡ ਟੈਕਸਟ। ਪਹਿਲਾਂ ਮੈਂ ਕਾਫੀ ਸਟਰਗਲ ਕੀਤੀ, ਯੂਨੀਕੋਡ ਪੂਰਾ ਮੈਨੂੰ ਕਿਸੇ ਤੋਂ ਮਿਲਿਆ ਦਿੱਲੀ ਤੋਂ। ਉਹਨੂੰ ਇਹ ਫਿਰ ਮੈਂ 7 ਪਾਰਟਸ ਕੀਤੇ, ਕਿਉਂਕਿ ਹੈ ਕਿ ਜੇ ਤੁਸੀਂ ਐ ਸ਼ਬਦ ਲੱਭਣੇ ਹੈ, ਇੱਕ ਸੌਫਟਵੇਅਰ ਮਿਲਦਾ ਹੈ, ਪਰ ਉਹ 300,000 ਤੋਂ ਵੱਧ, 3 ਲੱਖ ਤੋਂ ਵੱਧ ਕਰੈਕਟਰ ਨਹੀਂ ਲੈਂਦਾ। ਤੇ ਉਹਦੇ ਲਈ 175 ਦੇ 8 ਫਾਈਲਾਂ ਬਣਾ ਕੇ ਫਿਰ ਉਹਨਾਂ ਨੂੰ ਜੁਆਇਨ ਕੀਤਾ। ਉਹਦੇ 'ਚ ਮੇਰੀ ਹੈਲਪ ਕੀਤੀ ਹੈ ਮੇਰੀ ਆਪਣੀ ਬੇਟੀ ਨੇ। ਤਾਂ ਉਹ ਐਕਸੈਲ ਵਿੱਚ ਜੁਆਇਨ ਕਰਕੇ ਲਗਭਗ ਜੋ ਟੋਟਲ ਬਾਹਰ ਮਿਲਦਾ ਉਨਾ ਹੈ ਕਿ ਜੇ ਆਪਾਂ ਗਿਣੀਏ ਸਭ ਤੋਂ ਜ਼ਿਆਦਾ ਗੁਰਬਾਣੀ ਵਿੱਚ ਤਾਂ ਫੁੱਲ ਸਟਾਪ ਆਉਂਦਾ ਹੈ। ਉਹਨੇ ਸਾਰੇ ਪਿਕ ਕਰ ਲਏ ਕਰੈਕਟਰਸ। ਉਸ ਤੋਂ ਸਭ ਤੋਂ ਜ਼ਿਆਦਾ ਵਾਰ ਸ਼ਬਦ ਆਉਂਦਾ ਹੈਗਾ ਜਿਹੜਾ ਹਰੀ ਆਉਂਦਾ। ਫਿਰ ਨੰਨੇ ਸ਼ਬਦ ਦੀ ਬਹੁਤ ਜ਼ਿਆਦਾ ਅੱਖਰ ਹੈ, ਅੱਖਰ ਨਹੀਂ ਹੈ ਇਹ ਬੇਸਿਕਲੀ ਇਹ ਵਰਡ ਬਣ ਜਾਂਦਾ, ਕਿਉਂਕਿ ਇਹਦੇ ਤੇ ਮੁਕਤਾ ਲੱਗਿਆ ਹੋਇਆ। ਫਿਰ ਇੱਕ, ਕਿਉਂਕਿ ਜਿੱਥੇ ਵੀ ਆਉਣਾ ਹੈਗਾ, ਜਿੱਥੇ ਪਹਿਲੀ ਪੌੜੀ ਤੱਕ ਹੈ ਉੱਥੇ ਵੀ ਇੱਕ ਸ਼ਬਦ ਜਿਹੜਾ ਹੈਗਾ ਹਿੰਸਾ, ਇਹਦੀ ਫੁੱਲ ਸਟਾਪ ਦੋਹੇ ਪਾਸੇ ਇੰਨੀ ਵਰਤੋਂ ਹੈ। ਨਾਨਕ ਸ਼ਬਦ ਉਸ ਤੋਂ ਬਾਅਦ ਹੈ, ਨਾਮ ਉਸ ਤੋਂ ਬਾਅਦ ਹੈ, ਗੁਰ ਉਸ ਤੋਂ ਬਾਅਦ ਹੈ। ਫਿਰ 2 ਆ ਗਿਆ। ਰਹਾਓ ਵੀ ਲਗਭਗ ਇੰਨੇ ਬਾਣੀ 'ਚ ਮਿਲਦੇ ਆ ਕਿ ਇੰਨੇ ਸ਼ਬਦ ਹੈ। ਇਹ ਤਾਂ ਪਤਾ ਲੱਗ ਜਾਂਦਾ ਵੀ 2600 ਜਗ੍ਹਾ 2600 ਸ਼ਬਦ ਹੈ ਸਿਰਫ। ਬਾਕੀ ਜਿੰਨੀਆਂ ਰਚਨਾਵਾਂ ਉਹ ਪੌੜੀਆਂ ਆ, ਉਹਨਾਂ 'ਚ ਰਹਾਓ ਨਹੀਂ ਹੈ। ਮਹੱਲਾ ਸ਼ਬਦ ਇੰਨੀ ਵਾਰ ਆਉਂਦਾ। ਇਸ ਤਰ੍ਹਾਂ ਕੀ, ਕਾ, ਕੈ, ਇਹ ਜਿੰਨੀਆਂ ਹੈ ਇਹ ਸਾਰੀਆਂ ਐਜ਼ ਏ ਉਹਨਾਂ ਨੂੰ ਕਹਿੰਦੇ ਆ ਆਈ ਥਿੰਕ ਇਹ ਜਿਹੜੇ ਅੱਖਰ ਦੇ ਨਾਲ ਸੰਬੋਧਕੀ ਹੁੰਦੇ ਆ, ਇਹ ਸਾਰੇ ਸੰਬੋਧਕੀ ਬਹੁਤ ਲੱਗਦੇ ਬਾਣੀ 'ਚ। ਉਸ ਤੋਂ ਬਾਅਦ ਫਿਰ ਰਾਮ ਹੈ ਆਉਂਦਾ। ਇੰਨੀ ਵਾਰ ਕੋਈ ਇਹ ਸਿਰਫ ਮੁਕਤਾ ਹੈ, ਬਾਕੀ ਨਹੀਂ ਚ ਐਡ ਹੋਏ। ਜੇ ਬਾਕੀ ਐਡ ਹੋ ਗਏ ਤਾਂ ਲਗਭਗ ਇੱਥੇ ਆ ਜਾਏਗਾ, ਇਹਦੇ 3 ਦੇ ਨੇੜੇ ਆ ਜਾਏਗਾ। ਸੋ ਇੰਨੀ ਵਾਰ ਕੋਈ ਆਇਆ ਹੋਵੇ ਔਰ ਅਸੀਂ ਉਹ ਤੋਂ ਬਿਲਕੁਲ ਅਣਜਾਣ ਹੋਈਏ, ਇਹ ਤਾਂ ਬੜੀ ਬਦਕਿਸਮਤੀ ਦੀ ਗੱਲ ਹੈ ਸਾਡੀ। ਹੋਰ ਜਿਹੜਾ ਸ਼ਬਦ ਸਭ ਤੋਂ ਘੱਟ ਵਾਰ ਆਉਂਦਾ ਹੈ ਉਹਦੇ ਬਾਰੇ ਅਸੀਂ ਗਿਆਨ ਤਾਂ ਸਾਨੂੰ ਉਹਦਾ ਵੀ ਨਹੀਂ ਹੈ, ਪਰ ਉਹ ਪੋਪੂਲਰ ਕਿਵੇਂ ਹੋ ਗਿਆ?
परमात्मा जमा नहीं आउंदा, वो सब तो ज़्यादा पॉपुलर होया है। तो ਇਹਦਾ मतलब अज तक ਕਿਸੇ ਨੇ ਬਹੁਤੀ ਕੋਸ਼ਿਸ਼ ਇਹ ਨਹੀਂ ਕੀਤੀ, ਬਸ ਜੋ ਚੱਲਦਾ ਹੈ ਆਏ ਚਲਾਈ ਅਚਾਰੀ ਆਪਾਂ ਸਿਸਟਮ ਫੜਿਆ ਹੋਇਆ, ਉਹਦੇ ਨਾਲ ਆਪਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਬਲਕਿ ਆਪਾਂ ਇੱਕ ਤਰ੍ਹਾਂ ਦਾ ਆਪਣੇ ਆਪ ਦਾ ਹੀ ਮਜ਼ਾਕ ਉਡਾ ਰਹੇ ਹਾਂ। ਹੁਣ ਆਪਾਂ ਜਨਰਲੀ ਗੁਰੂ ਨਾਨਕ ਜੀ ਦੇ ਸ਼ਬਦਾਂ ਚੋਂ ਹੀ ਦੇਖਾਂਗੇ ਵੀ ਉਹਨਾਂ ਨੇ ਰਾਮ ਬਾਰੇ ਕੀ ਦੱਸਿਆ, ਕਿਉਂਕਿ ਇੱਕ ਦੋ ਕਿਤਾਬਾਂ 'ਚ ਲਿਖਿਆ ਜੀ ਗੁਰੂ ਨਾਨਕ ਜੀ ਕੋਲ ਨਾ ਨਾਮ ਸੀ, ਉਹ ਸੀਨਾ ਬਸੀਨਾ ਹੀ ਚੱਲਿਆ ਆਇਆ, ਉਹ ਦੱਸਿਆ ਨਹੀਂ ਕਿਸੇ ਨੂੰ ਉਹਨਾਂ ਨੇ, ਕਿਉਂਕਿ ਉਹ ਗੁਰੂ ਨਾਨਕ ਜੀ ਤੋਂ ਹੀ ਸ਼ੁਰੂ ਕਰਨਾ ਚਾਹੁੰਦੇ ਆ ਸਭ ਕੁਝ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਜੀ ਕਿਸੇ ਨੂੰ ਰੈਫਰ ਕਰਦੇ ਆ ਪਿੱਛੇ। ਆਹ ਜੋ ਗੱਲ ਵਿਚਾਰਧਾਰਾ ਹੈਗੀ ਹੈ ਇਹ ਤਾਂ ਪਰਮੇਸ਼ਰ ਤੋਂ ਆ ਰਹੀ ਹੈ ਸਾਰੀ, ਉਹ ਦੱਸ ਰਹੇ ਨੇ। ਗੁਰੂ ਨਾਨਕ ਜੀ ਦੀ ਆਪਣੀ ਤਾਂ ਹੈ ਹੀ ਨਹੀਂ, ਨਾ ਭਗਤਾਂ ਦੀ ਆਪਣੀ ਹੈ। ਹੁਣ ਗੁਰਬਾਣੀ ਜਾਂ ਆਪਾਂ ਜਪ ਪੜ੍ਹਦੇ ਹਾਂ ਬਾਣੀ, ਜਪ ਸ਼ਬਦ ਬਾਣੀ ਵਿੱਚ ਨਾ ਤਾਂ ਪ੍ਰਭ ਸ਼ਬਦ ਆਉਂਦਾ ਨਾ ਹਰੀ ਆਉਂਦਾ। ਦੇਖੋ ਇਹ ਸਭ ਤੋਂ ਜ਼ਿਆਦਾ ਯੂਜ਼ਡ ਸ਼ਬਦ ਹੈ ਆਲਮੋਸਟ ਬਾਣੀ 'ਚ, ਪਰ ਹਰੀ ਤਾਂ 92 100 ਟਾਈਮਸ ਆਉਂਦਾ, ਉਹਦੀ ਹੋਂਦੇ ਨਹੀਂ ਹੈ ਜਪ ਬਾਣੀ 'ਚ। ਉਹਦੀ ਜਗ੍ਹਾ ਸਬਸਟੀਚਿਊਟ ਕੀ ਹੋਇਆ ਹੋਇਆ, ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਾ ਭਰਪੂਰ। ਦੋ ਜਗ੍ਹਾ ਇਹ ਸ਼ਬਦ ਆਉਂਦਾ ਗੁਰਬਾਣੀ 'ਚ, ਹਰੀ ਦਾ ਸਬਸਟੀਚਿਊਟ ਹੈ ਇਹ। ਕਿਉਂ ਇੰਨਾ ਇੰਪੋਰਟੈਂਟ ਹੈ ਸਾਡੇ ਲਈ? ਕਦੇ ਅਸੀਂ ਇਸ ਗੱਲ ਦੀ ਵਿਚਾਰ ਕੀਤੀ ਹੈ? ਕੋਈ ਨੂੰ ਪਰਮਾਤਮਾ ਕਹਿ ਦਿੰਦਾ, ਕੋਈ ਸੋਚਦਾ ਇਹਦੀ ਪੜ੍ਹਨ ਦੀ ਲੋੜ ਹੀ ਨਹੀਂ ਹੈ, ਇਹ ਤਾਂ ਵਾਹਿਗੁਰੂ ਹੀ ਹੁੰਦਾ। ਆਪਣੇ ਆਪਣੇ ਵਿਚਾਰ ਹੈ ਸਭ ਦੇ। ਬਾਣੀ ਚੋਂ ਨਹੀਂ ਆਪਾਂ ਪੜ੍ਹਦੇ, ਬਾਣੀ ਚੋਂ ਕਿੰਨੀ ਇੰਪੋਰਟੈਂਸ ਹੈ। ਭਰਪੂਰ, ਜਿਹਨੇ ਜੀਵ ਨੂੰ ਪੂਰਾ ਕਰਨਾ ਹੈ, ਅਵਕਟ ਵਾਲੇ ਨੂੰ ਪੂਰਨਤਾ ਰਾਮ ਨੇ ਦੇਣੀ ਹੈ। ਫਿਰ ਕਹਿੰਦੇ ਆ ਹੋਰ ਕਿੱਡੀ ਬੜੀ ਇੰਪੋਰਟੈਂਸ ਹੈ ਰਾਮ ਦੀ, ਨਾ ਉਹ ਮਰੈ ਨਾ ਠਾਗੇ ਜਾਏ। ਮਾਇਆ 'ਚ ਇਹ ਹੈਗੀ ਹੈ, ਜਦ ਅਵਕਟ ਛੱਡਤਾ ਫਿਰ ਨਾ ਮਰਦਾ ਨਾ ਇਹਨੂੰ ਠੱਗੀ ਲੱਗਦੀ ਹੈ। ਅਵਕਟ 'ਚੋਂ ਹੀ ਸੁਰਤੀ ਦੀ ਫੜਦਾ ਜੰਮ, ਅਵਕਟ 'ਚ ਇਹਨੂੰ ਮਾਇਆ ਦੀ ਠੱਗੀ ਲੱਗਦੀ ਹੈ। ਇਹ ਦੋਹੇ ਛੱਡਤੀਆਂ। ਜਿਨ ਕੇ ਰਾਮ, ਹੁਣ ਇਹ ਰਾਮ ਜੀ ਹੈ, ਜਿਹਦੇ ਸਾਡੇ ਰਾਮ ਜੀ ਹੈ। ਵਸੈ ਮਨ ਮਾਇਆ, ਇਹਦਾ ਮਨ ਦੇ ਨਾਲ ਬੈਠੇ, ਇਹ ਨਿਰਾਕਾਰੀ ਹੈ। ਮਨ ਇਹਨਾਂ ਚੋਂ ਹੀ ਪੈਦਾ ਹੁੰਦਾ ਸਾਡਾ। ਫਿਰ ਅੱਗੇ ਗੁਰੂ ਨਾਨਕ ਜੀ ਹੋਰ ਵਿਸਤਾਰ ਕਰਦੇ ਆ, ਗੁਰਮੁਖੀ ਮਨ ਸਮਝਾਈਏ। ਜਿੰਨੇ ਭਾਈ ਗੁਰਮੁਖ ਹੋਏ ਆ, ਭਗਤ ਹੋਏ ਆ, ਉਹ ਕਿਹਨਾਂ ਨੂੰ ਰੈਫਰ ਕਰ ਰਹੇ? ਉਹਨਾਂ ਤੋਂ ਪਹਿਲਾਂ ਗੁਰਮੁਖ ਕੌਣ ਹੋਏ ਆ? ਜਿਹਨਾਂ ਦੀ ਬਾਣੀ ਆ ਉਹਨਾਂ ਕੋਲ, ਉਹਨਾਂ ਨੂੰ ਕਹਿਣਗੇ। ਉਹਨਾਂ ਨੇ ਕਹਿੰਦੇ ਮਨ ਸਮਝਾਇਆ ਕਿਵੇਂ? ਆਤਮ ਰਾਮ ਵਿਚਾਰ। ਇੱਥੇ ਉਹਨਾਂ ਨੇ ਆਤਮ ਰਾਮ ਨਹੀਂ ਲਿਖਿਆ, ਪਰ ਇੱਥੇ ਕਿਉਂਕਿ ਬਾਣੀ ਆਪਾਂ ਕਿਹੜੇ ਇੱਕ ਸ਼ਬਦ ਚੋਂ ਸਾਰੀ ਅਰਥ ਕੱਢ ਸਕਦੇ ਹਾਂ, ਬਾਣੀ ਲਿਖੀ ਆਈ ਹੈ, ਉਹ ਆਤਮ ਰਾਮ ਹੈ। ਇਹਦਾ ਮਤਲਬ ਮਨ ਆਤਮਾ ਹੈਗੀ ਹੈ, ਇਹ ਆਤਮ ਰਾਮ ਹੈ। ਇਹਨਾਂ ਦੋਹਾਂ ਦੀ ਵਿਚਾਰ ਹੋਣੀ ਹੈ, ਦੋਹਾਂ ਦੀ ਵਿਚਾਰ ਅਵਕਟ ਛੱਡ ਕੇ ਹੀ ਹੋਣੀ ਹੈ, ਅਵਕਟ ਤੋਂ ਘੱਟ ਚ ਆ ਕੇ ਵਿਚਾਰ ਹੋਣੀ ਹੈ। ਉਹੀ ਇਹਨਾਂ ਦੀ ਕੈਪੀਟਲ ਸਿਟੀ ਹੈ, ਉੱਥੋਂ ਹੀ ਸਾਰਾ ਫਿਰ ਫਰਮਾਨ ਅੱਗੇ ਚੱਲਣਾ। ਹੁਣ ਇੱਥੇ ਆਪਾਂ ਕਹਿੰਦੇ ਬਾਣੀ ਬਹੁਤ ਮਨ ਨੂੰ ਸ਼ਾਂਤੀ ਦਿੰਦੀ ਹੈ। ਮੂੜੇ, ਮੂੜਾ ਹੁੰਦਾ ਮਹਾਮੂਰਖ। ਰਾਮ ਜਪੋ ਗੁਣਸਾਰ, ਉਹ ਤਾਂ ਸਾਰਿਆਂ ਨੂੰ ਕਹਿ ਰਹੇ ਆ ਭਾਈ ਰਾਮ ਜਪੋ। ਅਸੀਂ ਕਹਿੰਦੇ ਵੀ ਸ਼ਾਇਦ ਰਾਮ ਦੀ ਲੋੜ ਹੀ ਨਹੀਂ ਹੈ। ਅਸੀਂ ਕਿੰਨੇ ਆਪੋਜ਼ਿਟ ਚੱਲਦੇ ਹਾਂ ਇਸ ਗੱਲ ਤੋਂ, ਸਾਨੂੰ ਡਰ ਵੀ ਨਹੀਂ ਲੱਗਦਾ ਇਸ ਗੱਲ ਦਾ। ਇਹ ਸ੍ਰੀ ਰਾਗ ਦਾ ਸ਼ਬਦ ਹੈ, ਪੰਨਾ ਨੰਬਰ 19, ਸ਼ੁਰੂ 'ਚ ਆ ਗਈ ਗੱਲ। ਐਡਾ ਬੜਾ ਆਪਾਂ ਨੂੰ ਕਨਸੈਪਟ ਦਿੱਤਾ ਹੈ, ਉਹ ਗੁਣਾਂ ਦੀ ਸਾਰ ਹੈ, ਗੁਣ ਧਾਰਨ ਕਰਨੇ ਆ। ਨਹੀਂ ਤਾਂ ਉਹਨਾਂ ਨੇ ਕਹਿਣਾ ਸੀ ਮੂੜੇ ਰਾਮ ਰਟੋ। ਰਾਮ ਰਟੋ ਨਹੀਂ ਭਾਈ ਆਇਆ ਕਿਤੇ, ਰਾਮ ਜਪੋ ਹੈ। ਜਪੋ ਹੁੰਦਾ ਹੈ ਆਹ ਸਮਝਾਈਏ। ਜੇ ਸਮਝਾਂਗੇ ਪਹਿਲਾਂ ਤਾਂ ਹੀ ਮਨ ਸਮਝਾਵਾਂਗੇ। ਸਮਝਾਉਣਾ ਬੁੱਧੀ ਨੇ ਹੁੰਦਾ ਮਨ ਨੂੰ। ਇਹ ਜੋ ਵਿੱਚ ਸਾਡੇ ਬੁੱਝਣ ਵਾਲੀਆਂ ਗੱਲਾਂ ਹੈ, ਉਹ ਅਸੀਂ ਬਿਲਕੁਲ ਹੀ ਉਹਨਾਂ ਤੋਂ ਪੱਧਰੇ ਹੋਏ ਹੋਏ ਅਜੇ ਤੱਕ। ਅੱਗੇ ਕੀ ਕਹਿੰਦੇ ਆ? ਭਾਈ ਰੇ, ਭਾਈ ਕਹਿੰਦੇ ਹੋ ਸਾਨੂੰ, ਅਸੀਂ ਉਹਨਾਂ ਨੂੰ ਗੁਰੂ ਕਹੀ ਜਾਂਦੇ ਹਾਂ। ਉਹ ਸਾਨੂੰ ਆਪਣੇ ਭਾਈ ਮੰਨਦੇ ਆ। ਰਾਮ ਕਹੋ, ਇੱਥੇ ਜਪੋ ਸੀ, ਰਾਮ ਕਿਵੇਂ ਕਹਿਣਾ? ਚਿੱਤ ਲਾਏ। ਤਰੀਕਾ ਹੈਗਾ ਕੋਈ, ਮੂੰਹੋਂ ਨਹੀਂ ਬੋਲੀ ਜਾਣਾ ਰਾਮ। ਰਾਮ ਦੇ ਨਾਲ ਚਿੱਤ ਲਾਉਣਾ, ਇਹ ਰਾਮ ਦਾ ਕਹਿਣਾ। ਜਦੋਂ ਰਾਮ ਕਹਿਣਾ ਤਾਂ ਰਾਮ ਹੈ ਕਿ ਉਹਦੇ ਬਾਰੇ ਗਿਆਨ ਹੋਣਾ ਚਾਹੀਦਾ, ਉਹਦੇ ਨਾਲ ਚਿੱਤ ਲਾਉਣਾ ਅਸੀਂ, ਤਾਂ ਰਾਮ ਕਹਿਣਾ। ਸਿਰਫ ਨੋਇਜ਼ ਪੋਲਿਊਸ਼ਨ ਕ੍ਰੀਏਟ ਕਰਨ ਨੂੰ ਰਾਮ ਨਹੀਂ ਕਹਿਣਾ ਅਸੀਂ। ਚਿੱਤ ਲਾਉਣਾ ਤਾਂ ਸਾਨੂੰ ਲੋੜ ਹੈ। ਜੇ ਕਿਸੇ ਨੇ ਚਿੱਤ ਲਾਉਣਾ ਉਹ ਰਾਮ ਕਹੇ, ਜਿਹਨੇ ਚਿੱਤ ਨਹੀਂ ਲਾਉਣਾ ਉਹਨੂੰ ਕੀ ਲੋੜ ਪਈ ਹੈ ਰਾਮ ਕਹਿਣ ਦੀ? ਇੱਥੇ ਤੱਕ ਸਾਨੂੰ ਇੰਸਟਰਕਸ਼ਨ ਹੈ। ਇਹ ਵੀ 22 ਨੰਬਰ ਪੰਨੇ ਤੇ ਆ ਜਾਂਦਾ। ਸ੍ਰੀ ਰਾਗ ਵਿੱਚ ਭਗਤ ਜੀ ਦਾ ਸ਼ਬਦ ਹੈ, ਉਹ ਮੈਂ ਤਾਂ ਪਾਇਆ ਕਿ
जे श्री राग गुरु नानक जी राम की गल करते हैं, भगतां ने तो कही होगी ये गल, चेती राम ना ही जमपुर जाएगा जन बिचरे अनुराधा। चेती राम पर फिर आ गई, आ चित्त लाए ही तो चेती राम है। चेतन होके जाके राम कहना, सुते कहां दा राम नहीं प्रवान हुंदा, और कहना राम ही है, होर कुछ कहना नहीं है। पर राम दी साडे दी और दूसरे राम दा जो फर्क है वो भी आपां देख लेने हैं। ये भी ये बड़ी, मैं जदों हुण खोजी गल पता लग्या कि 6 जगह राम जी दे नाल सीता जी दा भी वर्ण आई जांदा, और है महले पहले दे शब्द सारे ही। कंसैप्ट उन्होंने जप जी चुनियो नहीं पाता। तिथै सीतो सीता महिमा माए। सीता कौन है, किने सिया, ये गल बुझण वाली सी। सीता तो गया, मन अपने मूल नाल सीता गया, अवघट वाला घट नाल सीता गया। सीता किने, जे समझाया सी किसी ने तां ही सिया गया। समझाउण वाली तो बुद्धि हुंदी है, ताकि रूप ना कथने जाए ਉਹਦਾ ਅਨੂਪ ਹੋ ਜਾਂਦੇ ਕਹਿੰਦੇ। ਕੋਈ ਨਹੀਂ ਕਹਿ ਸਕਦਾ ਉਹਨਾਂ ਦਾ, ਇਹ ਨਿਰਾਕਾਰੀ ਗੱਲ ਹੈ। ਬਾਹਰਲਾ ਰੂਪ ਤਾਂ ਬਿਨਸਦਾ ਹੀ ਹੈ ਸਭ ਦਾ। ਸਾਰੇ ਆਪਾਂ ਕਹਿੰਦੇ ਮਹੱਲੇ ਬਜ਼ੁਰਗ ਹੋਏ ਆ, ਇਹ ਅੰਦਰਲੇ ਰੂਪ ਦੀ ਗੱਲ ਹੈ। ਹੁਣ ਆ ਆਪਾਂ ਪਹਿਲਾਂ ਵੀ ਕਰੇ, ਨਾਉ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ। ਇਹ ਗੱਲ ਹੈਗੀ, ਇਹ ਸੀਤਾ ਦੀ ਗੱਲ ਆ ਗਈ। ਸੀਤੋ ਸੀਤਾ ਇੱਥੇ ਕੋਈ ਸਾਨੂੰ ਇਸ਼ਾਰਾ ਮਿਲਣਾ ਚਾਹੀਦਾ ਸੀ ਵੀ ਗੱਲ ਕੁਛ ਨਾ ਕੁਛ ਰਾਮ ਨਾਲ ਜੁੜ ਕੇ ਚੱਲਦੀ ਹੈ, ਵੀ ਉਹ ਸੀਤਾ ਹੈ ਕੀ ਚੀਜ਼। ਜਿਹਨੇ ਸੀਤਾ ਇਹਨੂੰ, ਸੀਤੋ ਹੈ ਕੌਣ ਜਿਹਦੇ ਦੁਆਰਾ ਸੀਤਾ ਗਿਆ ਹੈ। ਜੇ ਸਾਨੂੰ ਪਤਾ ਹੁੰਦਾ ਵੀ ਸਵੈਭੰਗ ਹੋਇਆ ਫਿਰ ਤਾਂ ਸੌਖਾ ਰਹਿਣਾ ਸੀ। ਸਵੈਭੰਗ ਨਹੀਂ ਪਤਾ ਲੱਗਿਆ ਤਾਂ ਸੀਤੋ ਸੀਤਾ ਵੀ ਨਹੀਂ ਪਤਾ ਲੱਗਿਆ। ਇਹ ਆਸਾ ਕੀ ਵਾਰ ਚ ਆਉਂਦਾ, ਜਿਹਨੂੰ ਆਪਾਂ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਪੜ੍ਹਦੇ ਆ। ਇੱਥੇ ਹੈਗਾ ਗਾਵਣੀ ਸੀਤਾ ਰਾਜੇ ਰਾਮ। ਇਹ ਪੰਡਤ ਦੇ ਸਿਖਾਏ ਹੋਏ ਪੁਰਾਣਿਕ ਕਥਾਵਾਂ ਨੂੰ ਪੜ੍ਹ ਕੇ ਗਾਉਂਦੇ ਸੀ। ਉਹੀ ਦੀਵਾਲੀ ਵਾਲੇ ਦਿਨ ਦੀਵੇ ਬਾਲਦੇ ਸੀ। ਉਹਨਾਂ ਨੂੰ ਦੱਸਿਆ ਗਿਆ ਕਿ ਪਰਟੀਕੂਲਰ ਡੇ ਚੂਜ਼ ਕੀਤਾ ਜਾਂਦਾ ਜਿੱਦਣ ਕਿ ਮੂਨ ਜਿਹੜਾ ਚੰਦ ਹੈ ਉਹ ਬਹੁਤ ਲੇਟ ਚੜ੍ਹਦਾ, ਪਹਿਲਾ ਹੀ ਦਿਨ ਹੁੰਦੀ ਹੈ, ਹਨੇਰਾ ਹੀ ਹੁੰਦਾ। ਉਹਦੇ ਚ ਉਹਨੂੰ ਕਹਿ ਦਿੱਤਾ। ਅਸੀਂ ਸੁਣਿਆ ਵੀ ਗੁਰਪੁਰਬ ਜਿਹੜਾ ਗੁਰੂ ਨਾਨਕ ਜੀ ਦਾ, ਜਿਹਨੂੰ ਮੰਨਿਆ ਹੋਇਆ ਦੂਆਂ ਨੇ, ਗੁਰਪੁਰਬ ਤਾਂ ਗੁਰੂ ਨਾਨਕ ਜੀ ਦਾ, ਗੁਰੂ ਨਾਨਕ ਜੀ ਉਹ ਜਾਣਦੇ ਆ ਕਿੱਦਣ ਸੀ। ਜਿੱਦਣ ਆਪ ਭੀਚ ਆਏ ਸੀ ਉਦਣ ਗੁਰਪੁਰਬ ਸੀ। ਜਿਹੜਾ ਸਰੀਰਿਕ ਭਾਂਡਾ ਜਦੋਂ ਆਇਆ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਆ ਪਟਨਾ ਸ਼ਹਿਰ ਵਿਖੇ ਭਵ ਲਹਿਓ, ਉਹ ਭਵ ਲਹਿਓ ਨੂੰ ਗੁਰਪੁਰਬ ਬਣਾ ਲਿਆ। ਉਹ ਵੀ ਅਗਿਆਨਤਾ ਦੀ ਨਿਸ਼ਾਨੀ ਹੈ। ਉਹ ਜਿਹੜੇ ਪੁਰਾਣਿਕ ਮੰਨਦੇ ਆ ਉਹ ਗਾਉਂਦੇ ਸੀ ਰਾਜੇ ਰਾਮ ਦੀਆਂ ਕਹਾਣੀਆਂ। ਇਹ ਪੁਰਾਣਿਕ ਹੈ। ਦੇਖੋ ਗੱਲ, ਆ ਜਿਹੜਾ ਉੱਪਰ ਹੈਗਾ ਇਹ ਵੇਦ ਵਾਲਾ, ਇਹ ਥੱਲੇ ਆਹ ਵਾਲਾ ਪੁਰਾਣ ਦਾ ਰਾਮ ਹੈ। ਹਉਮੈ ਮਾਰੀ ਨਿਵਾਰ ਸੀਤਾ ਹੈ ਚੋਲਾ। ਹੁਣ ਆਪਾਂ ਇਹਨੂੰ ਕੀ ਕਹਾਂਗੇ ਵੀ ਸੀਤਾ ਕਿਹਨੇ ਸੀਤਾ? ਸੀਆ ਸੀਣ ਲਈ ਸੂਈ ਕਿਹੜੀ ਸੀ, ਧਾਗਾ ਕਿਹੜਾ ਸੀ? ਉਹ ਤੋਂ ਬਿਨਾਂ ਤਾਂ ਸੀਏ ਨਹੀਂ ਹੁੰਦਾ। ਇਹ ਤਾਂ ਬਾਹਰਲੀ ਦੁਨੀਆ ਦੀ ਗੱਲ ਹੈ, ਇਹਨੂੰ ਅੰਦਰ ਲੈ ਕੇ ਜਾਣਾ। ਕਬੀਰ ਆਪਣਾ ਨਾਮਦੇਵ ਜੀ ਕਹਿੰਦੇ ਸੋਨੇ ਕੀ ਸੂਈ ਰੁਪਏ ਕਾ ਧਾਗਾ ਨਾਮੇ ਕਾ ਚਿਤ ਹਰਸਿਓ ਲਾਗਾ। ਐ ਸੂਇਆ ਜਾਂਦਾ। ਸੀਤਾ ਇੱਥੇ ਵੀ ਹੈਗਾ। ਸੀਣ ਲਈ ਕਿਹੜੀ ਚੀਜ਼ ਦੀ ਲੋੜ ਹੈ ਭਾਈ? ਸੀਤੇ ਲਈ ਤਾਂ ਬੁੱਧੀ ਦੀ ਲੋੜ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਣ। ਸੋ ਸੀਤਾ ਵਰਡ ਹੈਗਾ ਇੱਥੇ ਵੀ ਜਿਹੜਾ ਹੁੰਦਾ ਹੈ ਵੀ ਇੱਕ ਕੋਈ ਅਸੀਂ ਟਰਮ ਲੱਭਣੀ ਹੈ ਜਿਹੜੀ ਸੀਂਦੀ ਹੈ, ਜਿਹੜੀ ਕਿ ਛੂਣ ਦਾ ਕੰਮ ਕਰਦੀ ਹੈ ਦੋ ਚੀਜ਼ਾਂ ਨੂੰ, ਘੱਟ ਔਰ ਅਵਘਟ ਨੂੰ। ਦੋਹਾਂ ਨੂੰ ਸੀ ਦਿੰਦੀ ਆ ਉਹ। ਅਵਘਟ ਜਿਹੜਾ ਘੱਟ ਚ ਸਮਾ ਇੱਕ ਕਰ ਦਿੰਦੀ ਆ। ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੁੜ ਗਿਆ। ਹੁਣ ਇੱਥੇ ਸੀਤਾ ਦੇ ਨਾਲ ਲਖਮਣ ਵੀ ਆ ਗਿਆ। ਹੁਣ ਜੇ ਆਪਾਂ ਇਹਨੂੰ ਵਰਬ ਵੀ ਸਮਝਾਂਗੇ, ਜੇ ਆਪਾਂ ਵਰਬ ਦਾ ਵੀ ਕੋਈ ਕਹਿਣਗੇ, ਜਿਹੜੇ ਸੱਜਣਾ ਨੂੰ ਇੰਨਾ ਜੇ ਨਹੀਂ ਪਤਾ ਉਹ ਕਹਿਣਗੇ ਇਹ ਵਰਬ ਹੈਗਾ, ਤਾਂ ਵਰਬ ਜੇ ਵਰਤਿਆ ਹੈਗਾ ਤਾਂ ਉਹ ਸਮੱਗਰੀ ਵੀ ਤਾਂ ਲੱਭੋ ਵੀ ਉਹ ਕਿਹੜਾ ਸੂਈ ਸੀ, ਕਿਹੜਾ ਧਾਗਾ ਸੀ। ਇਹਦਾ ਸੀ ਅਰਥ ਇੱਥੇ ਪਿਆ ਇਸ ਸ਼ਬਦ ਦਾ ਅਰਥ ਰੋਵੇ ਚ। ਰੋਵੇ ਦਾ ਭਾਵ ਹੈ ਵੀ ਇਹ ਹੁਣ ਵੀ ਰੋ ਰਿਹਾ ਹੈ। ਉਹ ਦੂਸਰਾ ਤਾਂ ਰੋ ਕੇ ਚਲੇ ਗਿਆ, ਉਹਦੀ ਕਹਾਣੀ ਤਾਂ ਸਭ ਨੂੰ ਪਤਾ, ਉਹ ਤਾਂ ਆ ਹੈਗਾ। ਉਹਦੀਆਂ ਗਾਵਣ ਸੀਤਾ ਰਾਜੇ ਰਾਮ ਦੀਆਂ ਤਾਂ ਗੱਲਾਂ ਹੈ। ਇੱਕ ਪ੍ਰੈਜ਼ੈਂਟ ਕੰਟੀਨਿਊਅਸ ਹੈ, ਉਹ ਵੀ ਰਾਮ ਹੈਗਾ
ਜਿਹੜਾ ਮਨਮਾਹੇ ਹੈ ਉਹ ਭਵ ਸਾਗਰ ਤੋਂ ਸੁਖ ਸਾਗਰ ਤੋਂ ਭਵ ਸਾਗਰ ਚ ਆ ਗਿਆ, ਉੱਥੋਂ ਨਿਕਾਲਿਆ ਗਿਆ। ਉਹ ਅੱਗੇ ਕੀ ਸੀ, ਉਹਦੇ ਨਾਲ ਦੋ ਸੀ, ਸੀਤਾ ਲక్ష్మణ ਸੀ। ਪਰ ਇੱਕ ਬੜੀ ਜੋ ਵਿਚਾਰਨ ਵਾਲੀ ਗੱਲ ਹੈ ਵੀ ਸੀਤਾ ਤਾਂ ਫੈਮਿਨਾਈਨ ਹੈ ਇਸ ਫਾਰਮ ਚ, ਇੱਥੇ ਗਿਆ ਕਿਉਂ ਲਿਖਿਆ, ਗਏ ਕਾਹਤੇ ਨਹੀਂ ਲਿਖੇ, ਕਿਉਂਕਿ ਇਹ ਤਾਂ ਪਲੂਰਲ ਬਣ ਜਾਂਦੇ ਆ ਦੋ, ਆ ਇੱਕ ਹੋ ਗਿਆ ਦੋ ਹੋ ਗਿਆ। ਇਹਦਾ ਮਤਲਬ ਇੱਥੋਂ ਪਤਾ ਲੱਗੇਗਾ ਵੀ ਸਾਡੀ ਰਾਮਾਇਣ ਜਿਹੜੀ ਹੈਗੀ ਹੈ ਉਹਦੇ ਵਿੱਚ ਕੁਛ ਭੇਦ ਹੈ। ਸੀਤਾ ਲక్ష్మణ ਨੂੰ ਇੱਕ ਉਹਦੇ ਚ ਲਿਆ ਹੋਇਆ ਕੰਟੈਕਸਟ, ਉਹਦਾ ਸਬਜੈਕਟ ਮੈਟਰ ਇੱਕ ਚੱਲ ਰਿਹਾ, ਦੋ ਨਹੀਂ ਤਾਂ ਦੋ ਹੁੰਦੇ ਤਾਂ ਸੀਤਾ ਲక్ష్మణ ਵਿਛੜ ਗਏ ਆ ਜਾਣਾ ਸੀ। ਸੋ ਇੱਥੋਂ ਵੀ ਪਤਾ ਲੱਗਦਾ ਵੀ ਜਿਹੜੀ ਸਾਡੀ ਰਾਮਾਇਣ ਚੱਲ ਰਹੀ ਹੈ ਗੁਰਮਤ ਦੀ, ਉਹ ਕੀ ਹੈ। ਹੁਣ ਉਸੇ ਹੀ ਸ਼ਲੋਕ ਵਿੱਚ ਆ ਹੁੰਦਾ, ਜਿਵੇਂ ਸੀਤਾ ਆਂਦੀ ਡੌਰੂ ਵਾਏ। ਹੁਣ ਉਹ ਉੱਥੇ ਤਾਂ ਕੋਈ ਡੌਰੂ ਵਾਲਾ ਨਹੀਂ, ਉਹ ਤਾਂ ਕਹਿੰਦੇ ਜੀ ਲੈ ਗਏ, ਕੋਈ ਐਰੋਪਲੇਨ ਸੀਗਾ, ਜੋ ਵੀ ਉਹਨਾਂ ਦਿਨਾਂ ਦਾ ਸੀਗਾ, ਪੁਸ਼ਪਕ ਵਿਮਾਨ, ਰਾਵਣ ਆਇਆ ਉਹਨੂੰ ਲੈ ਗਏ। ਪਹਿਲਾਂ ਤਾਂ ਭੀਖ ਮੰਗੀ, ਫਿਰ ਕਹਾਂ ਲక్ష్మణ ਰੇਖਾ ਬਣਾਈ ਹੋਈ ਹੈ, ਉਹ ਵੀ ਲక్ష్మణ ਰੇਖਾ ਨਹੀਂ ਲక్ష్మణ ਹੈ। ਉੱਥੇ ਵੀ ਸਾਡਾ ਉਹਨਾਂ ਨਾਲ ਫਰਕ ਪੈਂਦਾ। ਡੌਰੂ ਵਾਏ ਕਹਿੰਦੇ ਆ। ਹੁਣ ਡੌਰੂ ਕੀ ਹੁੰਦਾ, ਡੌਰੂ ਦੇ ਦੋ ਪਾਸੇ ਹੁੰਦੇ। ਜਦੋਂ ਮਨ ਪੈਦਾ ਹੋ ਗਿਆ ਫਿਰ ਮਨ ਚ ਡੌਰੂ ਵੱਜਦਾ, ਇਹਦਾ ਨਗਾੜਾ ਵਜਾਉਣਾ ਅਸੀਂ। ਨਗਾੜੇ ਦਾ ਇੱਕ ਪਾਸਾ ਹੁੰਦਾ, ਨਗਾੜਾ ਜਿੱਤ ਦੀ ਨਿਸ਼ਾਨੀ ਹੈ, ਡੌਰੂ ਤਾਂ ਤਮਾਸ਼ਾ ਹੁੰਦਾ। ਜਦੋਂ ਤਮਾਸ਼ਾ ਸ਼ੁਰੂ ਕਰਨਾ ਹੁੰਦਾ ਡੌਰੂ ਵੱਜਦਾ। ਸ਼ਿਵ ਕੋਲ ਡੌਰੂ ਹੈ, ਉੱਥੇ ਤਮਾਸ਼ਾ ਹੋ ਰਿਹਾ। ਜਿੱਦਣ ਤਮਾਸ਼ਾ ਮੁੱਕੂਗਾ ਉਦਣ ਫਿਰ ਨਗਾੜਾ ਵੱਜੂਗਾ। ਸੀਤਾ ਲੈ ਗਿਆ ਦਹਿਸਿਰੋ, ਇਹ ਵਾਰਾਂ ਤੇ ਵਧੀਕ ਦਾ ਹੈਗਾ। ਹੁਣ ਇੱਥੇ ਲਿਖਣ ਦੀ ਆਪਾਂ ਸ਼ੈਲੀ ਦੇਖੋ, ਉੱਥੇ ਖੱਖਾ ਹੈ, ਇੱਥੇ ਛ ਹੈਗਾ, ਪਰ ਕਿਤੇ ਵੀ ਸ਼ ਨਹੀਂ ਆਉਂਦਾ ਗੁਰਬਾਣੀ ਚ। ਜਿਹੜੀ ਚੀਜ਼ ਦੀ ਆਪਾਂ ਬਾਰ-ਬਾਰ ਗੱਲ ਕਰਦੇ ਆਂ, ਆਪਣੇ ਕੋਲ ਦੋ ਕਲੋਜ਼ ਵਰਡ ਆ ਗਏ ਆ, ਲక్ష్మణ ਕਹਿਤਾ ਤੇ ਇਹਨੂੰ ਲక్ష్మణ ਕਹਿਤਾ, ਪਰ ਫਿਰ ਵੀ ਸ਼ ਜਿਹੜਾ ਹੈਗਾ ਇੱਕ ਸਪੈਸ਼ਲ, ਉਹ ਗੁਰਬਾਣੀ ਨੇ ਕਿਤੇ ਨਹੀਂ ਵਰਤਿਆ। ਸਾਡੀ ਭਾਸ਼ਾ ਜੋ ਹੈਗੀ ਹੈ, ਸਾਨੂੰ ਇਹਦਾ ਕਾਫੀ ਗਿਆਨ ਚਾਹੀਦਾ ਹੈ। ਹੁਣ ਆਪਾਂ ਦੇਖਦੇ ਹਾਂ ਵੀ ਇਹੀ ਜਿਹੜੀਆਂ ਜਿਹੜੇ ਕਹਿੰਦੇ ਆ ਵੀ ਇਹ ਕਹਾਣੀ ਉਹਨਾਂ ਦੀ ਮੰਨੀ ਹੋਈ ਹੈ, ਉਹਨਾਂ ਦਾ ਔਰ ਸਾਡਾ ਵਰਡਸ ਦਾ ਕਿੰਨਾ ਫਰਕ ਹੈ। ਤਿੰਨ ਸ਼ ਹੈਗੇ ਆ, ਤਿੰਨੇ ਆਪਾਂ ਇੱਥੇ ਹਾਈਲਾਈਟ ਕੀਤੇ ਆ। ਜਿਹੜੀ ਭਾਸ਼ਾ ਚ ਉਹ ਰਾਮਾਇਣ ਲਿਖੀ ਮੰਨੀ ਜਾਂਦੇ ਆ, ਉਹਦੇ ਵਿੱਚ ਸੱਸਾ ਵੀ ਹੈਗਾ ਤੇ ਉਹਦੇ ਵਿੱਚ ਸ਼ ਵੀ ਹੈਗਾ, ਆਹ ਸ਼ਲਗਮ ਵਾਲਾ, ਤੇ ਉਹਦੇ ਵਿੱਚ ਇੱਕ ਪੇਟ ਕਟਾ ਸ਼ਾ ਵੀ ਹੈਗਾ ਤੇ ਇੱਕ ਆ ਸ਼ਾ ਵੀ ਹੈਗਾ, ਪੂਰਾ ਹੈਗਾ ਇਹ। ਤੇ ਇਹਦੇ ਫਿਰ ਆ ਉਹਨਾਂ ਦੀ ਅਸਲੀ ਫਾਰਮ ਹੈ ਲਿਖਣ ਦੀ। ਉਹ ਅੱਧੇ ਸ਼ ਨਾਲ ਲਿਖਣਗੇ ਲక్ష్మణ, ਅੱਧੇ ਨਾਲੇ ਲਿਖਣਗੇ ਲక్ష్ਮੀ। ਭਗਤਾਂ ਨੇ ਕਿਤੇ ਨਹੀਂ ਇਹ ਫੋਲੋ ਕੀਤਾ, ਉਹਨਾਂ ਨੇ ਲక్ష్మణ ਲక్ష్ਮੀ ਲਿਖਿਆ। ਇਹਦਾ ਮਤਲਬ ਉਹ ਭਾਸ਼ਾ ਵੱਲੋਂ ਵੀ ਸਾਨੂੰ ਕੁਛ ਇਸ਼ਾਰਾ ਦੇ ਰਹੇ ਹੈ ਕਿ ਇਹ ਜਿਹੜੀ ਭਾਸ਼ਾ ਹੈ ਕੋਈ ਬਾਅਦ ਦੀ ਹੈਗੀ ਹੈ, ਉਹ ਭਾਸ਼ਾ ਹੀ ਕਹਿਣਾ ਚਾਹੀਦਾ ਸਾਨੂੰ, ਭਾਸ਼ਾ ਨਹੀਂ। ਹੁਣ ਆ ਇਹਦੇ ਨਾਲ ਇਹ ਲਿਖਿਆ ਜਾਏਗਾ, ਭਾਸ਼ਾ ਵਾਸਤੇ ਇਹ ਰਿਜ਼ਰਵ ਹੈ ਵੀ ਆ ਪੇਟ ਕਟਾ ਸ਼ਾਹ ਲਿਖਣਾ ਹੈ, ਸ਼ਾਦੀ ਵਾਸਤੇ ਆ ਸ਼ਾਹ ਰਿਜ਼ਰਵ ਹੈ। ਉਹ ਸਾਫ਼ ਲਿਖਿਆ, be careful with the letter sh and sh, they both sound identical but there are always one correct way to spell। ਇਹ ਜਦੋਂ ਪਾਉਂਦੇ ਆ ਅੱਖਰਾਂ ਦੇ ਬੁੱਝਣ ਨੂੰ, ਜਿਵੇਂ ਆਪਾਂ ਭੁਲਾਵੇਂ ਅੱਖਰ ਗਲਤ ਨੂੰ ਉਹ ਗਲਤ ਕਰ ਦਿੰਦੇ ਆ। the letter sh is not a common, ਕਹਿੰਦੇ ਆ ਕਾਮਨ ਨਹੀਂ ਹੈਗਾ, ਆ ਕਾਮਨ ਹੈਗਾ, ਇਹਨੂੰ ਸਪੈਸ਼ਲ ਰੱਖਿਆ ਹੋਇਆ ਉਹਨਾਂ ਨੇ। ਇੱਕ ਇਸ ਤਰ੍ਹਾਂ ਇੱਕ ਆ ਵਰਡ ਲੈ ਆਂਦੇ ਜਿਹੜੇ ਕਿਤੇ ਗੁਰਬਾਣੀ ਚ ਨਹੀਂ ਮਿਲਦੇ। ਇਹ ਦੋ ਮੈਨੂੰ ਅੱਜ ਪਤਾ ਲੱਗਿਆ ਵੀ ਇਹ ਡਿਫਰੈਂਟ ਹੁੰਦੇ ਆ। ਆਏ ਦਾ ਟੈਂਕਾ ਜਿਹਾ ਬਣਿਆ ਹੋਇਆ, ਇਹਦੇ 6 ਬਣਿਆ ਹੋਇਆ। conventionally pronounced as re or ru, this letter is treated as a vowel and its usage in learned by practice। A common example of this is rishi, which means monk or sage। ਰਿਸ਼ੀ ਲਿਖਣ ਨੂੰ ਜਾਂ ਰਿਗਵੇਦ ਲਿਖਣ ਨੂੰ ਆ ਘੜਿਆ ਸੀ, ਪਰ ਫਿਰ ਵੀ ਉਹ ਸਹੀ ਨਹੀਂ ਹੋ ਸਕਿਆ। ਭਗਤਾਂ ਨੇ ਇਹ ਵਾਲੇ ਸਾਰੇ ਰਿਜੈਕਟ ਕਰਤੇ। ਆ ਆਪਣੇ ਕੋਲ ਤਾਂ ਹੈ ਹੀ ਨਹੀਂ, ਇੱਕ ਆ ਹੈਗਾ। ਇਹ ਕਹਿੰਦੇ ਇਸ ਲੌਂਗਰ ਫਾਰਮ ਆਫ ਰੀ ਐਂਡ ਰੂ। ਇਹਦਾ ਮੈਂ ਤਾਂ ਕੀਤਾ ਵੀ ਇਹ ਜਿਹੜੇ ਸਾਡੀ ਇਹ ਹੈ ਹੀ ਨਹੀਂ, ਸਾਡੇ ਅਲਫਾਬੈਟ ਦਾ ਹੀ ਹਿੱਸਾ ਨਹੀਂ ਹੈ। ਉਹਨਾਂ ਨੇ ਇਹਨਾਂ ਨੂੰ ਖਾਸ ਬਾੜਿਆ ਕਿਉਂਕਿ ਉਹਨਾਂ ਦੀ ਜਿਹਨੂੰ ਉਹ ਸੰਸਕ੍ਰਿਤ ਮੰਨਦੇ ਆ, ਉਹ ਇਹਨਾਂ ਅੱਖਰਾਂ ਅੱਧਿਆਂ ਤੋਂ ਬਿਨਾਂ ਲਿਖੀ ਨਹੀਂ ਜਾ ਸਕਦੀ। ਸਾਨੂੰ ਲੋੜ ਨਹੀਂ ਹੈ,
जब असी बार बार कही जाने वो जी संस्कृत ग्रामर च क्या है, थानू पता होना चाहिए संस्कृत एक बोली है, ਉਹਦਾ ਐਲਫਾਬੈਟ ਕੀ ਹੈ। ਉਹ ਪਹਿਲਾਂ ਟਾਕਰੀ 'ਚ ਵੀ ਲਿਖੀ ਜਾਂਦੀ ਸੀ, ਉਹ ਤੋਂ ਬਾਅਦ ਪਾਲੀ 'ਚ ਵੀ, ਫਿਰ ਉਹ ਪ੍ਰਕਿਰਤੀ 'ਚ ਵੀ ਲਿਖਣੀ, ਉਹ ਤੋਂ ਬਾਅਦ ਫਿਰ ਆਹ ਲਗਭਗ 700 ਜਾਂ 800 ਦੇ ਸਮੇਂ ਇਹ ਉਹਨਾਂ ਨੇ ਆ ਜਿਹੜੀ ਆ ਭਾਸ਼ਾ ਹੈਗੀ ਹੈ 1000 ਸਾਲ ਤੋਂ ਪੁਰਾਣੀ ਨਹੀਂ ਹੈ। ਆ ਅੱਖਰ ਹੈ ਜਿਹੜੇ ਇੱਥੇ ਜਿਹੜੇ ਲਿਖੇ ਹੋਏ, ਔਰ ਇਹਨੂੰ ਉਹ ਕਹਿੰਦਾ ਵੇਦ ਲਿਖੇ ਆ ਇਹਦੇ 'ਚ। ਇਹਦੇ 'ਚ ਵੇਦ ਕਿਵੇਂ ਆ ਜਾਊਗਾ, ਵੇਦ ਵਿੱਚ ਤਾਂ ਹੈ ਹੀ ਸੱਸਾ। ਇਹ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਇਸ ਤਰ੍ਹਾਂ ਹੀ ਆਪਾਂ ਇੱਕ ਉਹ ਜਿਹੜਾ ਸ਼ ਆਪਾਂ ਕਿਹਾ ਨਾ ਛਤਰੀ ਵਾਸਤੇ, ਇੱਕ ਆਪਣੇ ਕੋਲ ਲਿਸਟ ਹੈ ਇਸ ਤਰ੍ਹਾਂ ਦੀ, ਹੋਰ ਵੀ ਲੰਬੇ ਹੋ ਸਕਦੇ ਆ, ਜਿਨ੍ਹਾਂ ਦੇ ਵਿੱਚ ਕਿ ਇਹ ਵਰਡ ਵਰਤ ਕੇ ਲਿਖਦੇ ਆ। ਉਹ ਸ਼ ਇੱਥੇ ਇਨੀਸ਼ੀਅਲ ਲੈਟਰ ਹੈਗਾ ਤੇ ਜਨਰਲੀ ਇਹਨਾਂ ਸਾਰਿਆਂ 'ਚ ਉਹੀ ਆਉਂਦਾ ਹੈਗਾ, ਪਰ ਜਿਵੇਂ ਆਪਾਂ ਕਕਸ਼ਾ ਵੀ ਲਿਖਦੇ ਆ ਉਹਦੇ ਵਿੱਚ ਵੀ ਇਹੀ ਇਹ ਵਾਲਾ ਹੀ ਆਉਂਦਾ ਜਿਹੜਾ ਆ ਉੱਪਰ ਲਿਖਿਆ ਹੋਇਆ। ਇਹ ਵੀ ਇੱਕ ਸਪੈਸ਼ਲ ਘਾੜਤ ਹੈ ਜਿਹੜੀ ਗੁਰਬਾਣੀ 'ਚ ਨਹੀਂ ਹੈ। ਸਾਡਾ ਇਹ ਤੋਂ ਬਿਨਾਂ ਸਰ ਜਾਂਦਾ, ਬੜੇ ਆਰਾਮ ਨਾਲ ਸਰ ਜਾਂਦਾ ਹੈ। ਹੁਣ ਇੱਕ ਇੱਥੇ ਦੇਖੋ ਆਹ ਲਿਖਣ ਦਾ ਤਰੀਕਾ, ਇਹ ਬਹੁਤ ਜ਼ਿਆਦਾ ਉਹ ਹੈਗੀ ਇਹਦੇ ਵਿੱਚ, ਇਹ ਅੱਧਾ ਯਹੀ ਆ, ਅੱਧਾ ਸ਼ ਹੈਗਾ ਇਹਦੇ 'ਚ ਦੂਆ। ਇੱਕ ਤਾਂ ਆਹ ਲਿਖਦਾ ਅਕਸ਼ੈ ਵਾਲਾ, ਇੱਕ ਆਹ ਪੇਟਕੜਾ ਸ਼ਾ ਲਿਖਿਆ ਹੋਇਆ। ਹੁਣ ਆਹ ਜਿਹੜੀ ਮਾਤਰਾ ਹੈਗੀ ਆ ਉਹਨਾਂ ਨੇ ਇਹ ਬੋਲਣਾ, ਤੁਸੀਂ ਇੱਥੇ ਸਾਰੇ ਅੱਖਰਾਂ 'ਚ ਦੇਖ ਲਓ ਵੀ ਅਖੀਰੀ ਸ਼ਬਦ ਤੇ ਵਰਡ ਤੇ ਕਿੱਥੇ ਲੱਗਿਆ ਹੋਇਆ, ਆਹ ਔਂਕੜ ਹੈ ਉਹਨਾਂ ਦਾ, ਔਰ ਇਹਨੂੰ ਉਹ ਬੋਲਦੇ ਆ। ਜਦ ਇਹਨੂੰ ਉਹ ਬੋਲਦੇ ਆ ਫਿਰ ਉਹ ਗੁਰ ਨੂੰ ਗੁਰੂ ਕਹਿੰਦੇ ਆ। ਅਸੀਂ ਉਹਨਾਂ ਦੇ ਪਿੱਛੇ ਤੁਰੇ ਹੋਏ ਆ, ਇਹ ਨਹੀਂ ਸਾਨੂੰ ਪਤਾ ਲੱਗਿਆ ਵੀ ਗੁਰ ਨੂੰ ਗੁਰੂ ਉਹ ਕਿਉਂ ਕਹਿੰਦੇ ਆ। ਉਹ ਆ ਪ੍ਰੋਬਲਮ ਹੈਗੀ ਹੁੰਦੀ ਵੀ ਆ ਇਹਦੇ ਤਾਂ ਵੈਸੇ ਕੋਈ ਲੱਭਿਆ ਹੀ ਨਹੀਂ ਹੈ। ਮੈਂ ਮਸਾਂ ਇੱਕ ਸ਼ਬਦ ਮੈਂ ਕਿਹਾ ਚਲੋ ਉਹ ਰੱਖੀਏ ਤਾਂ ਕਿ ਆਪਾਂ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਉਹ ਭਾਸ਼ਾ ਔਰ ਇਹ ਭਾਸ਼ਾ 'ਚ ਅੰਤਰ ਹੈ। ਤੇ ਅਖੀਰੀ ਜਿਹੜੀ ਆਪਾਂ ਹੁਣ ਇਹਦੀ ਕਰਾਂਗੇ ਉਹ ਹੈ ਕਿ ਉਹਨਾਂ ਦੀ ਸੰਖਿਆ ਜਿਹੜੀ ਹੈਗੀ ਹੈ ਉਹ ਐਂ ਲਿਖਦੇ ਆ। ਪੰਜਾਬੀ ਦੀ ਜਿਹੜੀ ਆਪਾਂ ਇੱਧਰ ਰਹਿੰਦੇ ਆ ਆਪਣੀ ਸੰਖਿਆ ਵਿੱਚ ਫਰਕ ਹੈ, ਉਹ 1 ਨੂੰ 1 ਕਹਿੰਦੇ ਆ, ਜਦਕਿ ਗੁਰਬਾਣੀ ਵਿੱਚ ਇੱਕ ਓਂਕਾਰ ਹੈ ਸ਼ਬਦ, ਇੱਕ ਲਿਖਣਾ, ਇੱਕ ਬੋਲਣਾ ਪੈਣਾ ਉਹਨਾਂ ਨੂੰ। ਉੱਥੋਂ ਪਤਾ ਲੱਗ ਜਾਂਦਾ ਵੀ ਅਸੀਂ ਉਹ ਭਾਸ਼ਾ ਹੀ ਨਹੀਂ ਅਡੋਪਟ ਕੀਤੀ ਹੋਈ। 2 ਦਾ ਠੀਕ ਹੈ 2 ਹੈਗਾ, 3 ਲਈ 3 ਹੈ, ਪਰ ਉੱਥੇ ਅਸੀਂ ਬੋਂਦਲੇ ਹੋਏ ਹਾਂ। ਉਹ ਕਹਿੰਦੇ ਥਾਲ ਵਿੱਚ 3 ਵਸਤੂ ਪਈ, ਉਹ ਕਹਿੰਦੇ 3 ਕਰੋ ਅਰਥ, ਉੱਥੇ 3 ਥੋੜਾ ਲਿਖਿਆ ਹੋਇਆ। ਇਹ ਰੂਲ ਹੈ ਗੁਰਬਾਣੀ ਵਿੱਚ ਵੀ, ਜਦੋਂ ਵੀ ਲਿਖੀ ਜਾਂਦੀ ਹੈ ਉਹ ਸਿਹਾਰੀ ਲੱਗਦੀ ਹੈ, ਪਰ ਉਚਾਰਨ 3 ਹੈ ਉਹਦਾ। ਜੇ 3 ਨਹੀਂ ਲਿਖਿਆ ਤਾਂ 3 ਅਰਥ ਆਪਾਂ ਨਾ ਕਰੀਏ। ਥਾਲ ਵਿੱਚ 3 ਵਸਤੂ ਸੀ, ਉੱਥੇ 3 ਕਰ ਲੀਆਂ। ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਵਾਨ ਨੂੰ ਫਿਰ 3 ਕਰ ਲਿਆ। ਫਿਰ ਆਪਾਂ ਅਰਥ ਕਿਵੇਂ ਲੱਭਾਂਗੇ? 4 ਦਾ 4 ਹੀ ਹੈ ਗੁਰਬਾਣੀ, ਜਿਹਨੂੰ ਸਿਹਾਰੀ ਨਾਲ ਵੀ ਲਿਖਦੇ ਆ, ਮੁਕਤਾ ਵੀ ਲਿਖਦੇ ਆ। 5 ਦਾ 5 ਹੈ। ਜਿਹੜੇ ਪੰਚ ਪੜ੍ਹਦੇ ਆ 5 ਨੂੰ, ਉਹਨਾਂ ਨੂੰ ਇਹ ਅਗਿਆਨਤਾ ਹੈਗੀ ਹੈ। ਕਬੀਰ ਜੀ ਨੇ 5 ਵਰਤਿਆ, ਇਹ ਉਹਨਾਂ ਨੇ ਵਰਤੇ ਹੋਏ ਅੱਖਰ। ਇਹ ਆਪਾਂ ਨੂੰ ਉੱਥੋਂ ਪਤਾ ਲੱਗਦਾ ਵੀ ਉਸ ਭਾਸ਼ਾ, ਕਿਉਂਕਿ 5 ਵੀ ਲਿਖਿਆ 5 ਵੀ ਲਿਖਿਆ। ਸਾਡੇ ਲਈ ਤਾਂ ਭਾਸ਼ਾ ਬਰੋਡ ਚਾਹੀਦੀ ਹੈ। 6 ਐ ਲਿਖਿਆ ਗਿਆ, 7 ਨੂੰ ਆਪਾਂ 7 ਕਹਿੰਦੇ ਆ ਪੰਜਾਬੀ ਵਾਲੇ, ਉਹ 7 ਕਹਿੰਦੇ ਆ। 15 ਥਿਤੀ 7 ਵਾਰ। 8 ਆਪਾਂ ਕਹਿੰਦੇ ਆ, ਉਹ 8 ਕਹਾਂ ਕਹਿਣਗੇ। 9 ਦਾ ਠੀਕ ਹੈ, 10 ਦਾ ਵੀ ਠੀਕ ਹੈ। ਸੋ ਇੱਕ ਹੁਣ ਆਪਾਂ ਲਾਸਟ ਕਰਦੇ ਆ, ਫਿਰ ਸਮਾਪਤੀ ਕਰਾਂਗੇ। ਇਹ ਕੁਛ ਜਿਹੜਾ ਉਹਨਾਂ ਨੇ ਪੇਟਕੜਾ ਸ਼ਾ ਇਨਵੈਂਟ ਕੀਤਾ ਹੋਇਆ, ਉਹਦੇ ਨਾਲ ਇਹ ਸ਼ਬਦ ਐ ਲਿਖੇ ਜਾਂਦੇ ਆ। ਇਹਦੇ 'ਚ ਆਪਾਂ ਨੂੰ ਥੋੜਾ ਜਿਹਾ ਵੀ ਮਿਲੇਗਾ ਕਿ ਉਹ ਆਪਾਂ ਖੱਟ ਸ਼ਾਸਤਰ ਲਿਖਦੇ ਆ, ਉਹ ਲਿਖਣਗੇ ਛੱਟ, ਉਹ ਛਾਟੇ ਲਿਖਣਗੇ। ਇੱਥੇ ਲਿਖਿਆ ਉਹਨਾਂ ਨੇ ਥੱਲੇ। ਸੋ ਆਹ ਕੁਛ ਵਰਡਸ ਹੈ ਉਹਨਾਂ ਦੇ। ਛੱਡ ਭਿੰਜੈ ਨੇਮ ਆਫ ਬੁੱਧਾ। ਹੁਣ ਆ ਦੀ ਤਾਂ ਲੋੜ ਨਹੀਂ ਹੁੰਦੀ, ਵੈਸੇ ਬੁੱਧੇ ਹੁੰਦਾ, ਪਰ ਇੰਗਲਿਸ਼ ਵਾਲਿਆਂ ਨੇ ਇੱਕ ਐਕਸਟਰਾ ਐਡੀਸ਼ਨ ਕਰਤੀ ਹੈ। ਇਹਨੂੰ ਕੰਨਾ ਤਾਂ ਕਿਤੇ ਵੀ ਨਹੀਂ ਹੈ, ਪਰ ਉਹ ਅੰਗਰੇਜ਼ੀ ਵਾਲਿਆਂ ਦੇ ਇਨਫਲੂਐਂਸ ਉਹ ਵੀ ਫਸੇ ਹੋਏ ਆ, ਉਹ ਵੀ ਏ ਲਾਈ ਜਾਂਦੇ ਆ। ਹੁਣ ਇਹਦਾ ਤੁਸੀਂ ਦੇਖੋ, ਛੱਡ ਰਿਪੂ ਪੜ੍ਹਨਗੇ ਇਹਨੂੰ, ਉਹ ਆਪਾਂ ਇਹਨੂੰ ਛੱਡ ਰਿਪ ਪੜਾਂਗੇ।
ਕਿਉਂਕਿ ਜਦ ਤਾਈਂ ਆ ਦੁਲੈਂਕੜ ਨਹੀਂ ਬਣਦਾ, ਬੜਾ ਯੂ ਨਹੀਂ ਬਣਦਾ, ਆਪਾਂ ਬੋਲਦੇ ਨਹੀਂ ਹੈ। ਆਪਾਂ ਜਪੂ ਨਹੀਂ ਪੜ੍ਹਦੇ, ਜਪ ਪੜ੍ਹਦੇ ਆ, ਪਰ ਗੁਰ ਨੂੰ ਗੁਰੂ ਪੜ੍ਹੀ ਜਾਂਦੇ ਆ, ਉੱਥੇ ਆਪਾਂ ਫਸ ਗਏ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਭਾਸ਼ਾ ਦੀਆਂ ਵੀ ਵਿੱਚ ਆ ਜਾਂਦੀਆਂ, ਤਾਂ ਆਪਾਂ ਐਕਸਰਸਾਈਜ਼ ਕਰ ਰਹੇ ਹਾਂ। ਹੁਣ ਆ ਛੜੰਗ, ਇਹ ਆਪਣੇ ਖੜੰਗਾ ਜੇ ਖੜਾ ਹੈ, ਖੜਾ ਹੈ, ਇਹਨੂੰ ਛੱਟ ਵੀ ਕਿਹਾ ਜਾਂਦਾ, 6 ਲਿੰਬ, ਇਹ ਐ ਲਿਖਦੇ ਆ। ਤੇ ਸ਼ਨਮੂਖ, ਉਹਨਾਂ ਨੇ ਕੋਈ ਭਾਈ ਰੱਬ ਦਾ ਨਾਮ ਮੰਨਿਆ ਹੋਇਆ। ਛੰਡਾਨਨ, ਉਹ ਕੋਈ ਸ਼ਿਵ ਦਾ, ਸ਼ਿਵ ਹੈ ਵੈਸੇ ਤਾਂ, ਹੁਣ ਇੱਥੇ ਵੀ ਸ਼ਿਵਾ ਲਾਇਆ ਹੋਇਆ ਇਹਨਾਂ ਨੇ, ਸ਼ਿਵਾ ਤਾਂ ਕੋਈ ਬਰਡੇ ਨਹੀਂ ਹੈ, ਸ਼ਿਵ ਸ਼ਕਤੀ ਆਉਂਦਾ ਸ਼ਬਦ। ਉਹ ਕੋਈ ਉਹਨਾਂ ਨੇ ਮੰਨਿਆ ਹੋਇਆ ਵੀ ਉਹਨਾਂ ਦਾ ਵੱਡਾ ਲੜਕਾ ਹੈਗਾ। ਇੱਕ ਮੈਨੂੰ ਲੱਗਦਾ ਗਣੇਸ਼ ਮੰਨਿਆ ਹੋਇਆ, ਇੱਕ ਕਾਰਤਿਕ ਵੀ ਹੈਗਾ। ਇਹ ਵੀ ਕੋਈ ਪਤਾ ਨਹੀਂ ਕਿੱਥੋਂ ਆਇਆ ਹੋਇਆ, ਇਹ ਵੀ ਪਹਿਲੀ ਵਾਰ ਪਤਾ ਲੱਗਿਆ। ਤੇ ਆਹ ਛੜਜ ਜੋ ਹੈਗਾ, ਇਹ ਮਿਊਜ਼ਿਕ ਦੇ ਜਿਹੜੇ ਸਾਤੋਂ ਹੁੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਮੰਨਿਆ ਹੋਇਆ। ਸੋ ਇੱਥੇ ਜੋ ਆਪਾਂ ਅੱਜ ਕਰਿਆ ਵੀ, ਆਪਾਂ ਕੋਸ਼ਿਸ਼ ਕੀਤੀ ਹੈ ਵੀ ਜੋ ਆਪਾਂ ਨੂੰ ਸ਼ਬਦ ਬੰਦੀ ਪਤਾ ਲੱਗੇ, ਬੰਦੀ ਛੋੜ ਕੀ ਹੁੰਦਾ, ਬੰਦੀ ਮੋਚ ਕੀ ਹੁੰਦਾ। ਉਸ ਤੋਂ ਬਾਅਦ ਰਾਮ ਜੋ ਹੈ ਉਹ ਸਾਡਾ ਰਾਮ ਕੀ ਹੈ, ਤੇ ਦੀਵਾ ਬਾਲਣ ਦੀ ਗੱਲ ਗੁਰਬਾਣੀ ਚ ਆਉਂਦੀ ਹੈ। ਸੋ ਇਹਨਾਂ ਗੱਲਾਂ ਨੂੰ ਆਪਾਂ ਆਪਣੇ ਐਂਗਲ ਤੋਂ ਸਮਝ ਕੇ ਦੂਸਰਿਆਂ ਨੂੰ ਸਮਝਾਈਏ। ਤੇ ਜੋ ਅਸੀਂ ਤਿਉਹਾਰ ਦੀ ਡੈਫੀਨੇਸ਼ਨ ਮੰਨੀ ਹੋਈ ਹੈ ਵੀ ਤਿਉਹਾਰ ਹੁੰਦਾ ਕੀ ਹੈ, ਚਾਹੇ ਉਹ ਰਾਮਨਾਮੀ ਹੈ, ਚਾਹੇ ਉਹ ਕੋਈ ਉਹਨੂੰ ਸ਼ਿਵਰਾਤਰੀ ਕਹਿੰਦਾ ਹੈ, ਉਹ ਅਬ ਪੀਚ, ਉਹ ਹਿਰਦੇ ਦੇ ਵਿੱਚ ਘਟ ਰਹੀ ਹੈ ਘਟਨਾ, ਉਹਦਾ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਵੀ ਉਹੀ ਪਰਬ ਹੁੰਦਾ। ਗੁਰਪਰਬ ਉਹ ਹੁੰਦਾ ਜਿੱਦਣ ਸਤਿਗੁਰ ਨਾਲ ਭੇਟ ਹੋ ਗਈ ਹੈ, ਉਹਨੂੰ ਗੁਰਪੁਰਬ ਮੰਨਿਆ ਜਾਂਦਾ ਹੈ। ਆਪਾਂ ਜਿਹੜੇ ਬਾਹਰ, ਜਿਹਨੂੰ ਦਸਮ ਪਾਤਸ਼ਾਹ ਨੇ ਦੱਸਿਆ ਹੋਇਆ ਵੀ ਭਵ ਲੈਓ, ਉਹਨਾਂ ਨੂੰ ਆਪਾਂ ਉਹਨਾਂ ਤਰੀਕਾਂ ਨੂੰ ਜਾਂ ਥਿੱਤਾਂ ਨੂੰ ਗੁਰਪੁਰਬ ਨਾ ਮੰਨੀਏ। ਇਹ ਗੁਰਮਤ ਇਹਨਾਂ ਗੱਲਾਂ ਤੋਂ, ਬਾਕੀ ਜਿਹੜੀਆਂ ਮੱਤਾਂ ਤੋਂ ਡਿਫਰ ਕਰਦੀ ਹੈ। ਸੋ ਇੱਥੇ ਅੱਜ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।